ਸਮੂਹ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ 'ਚ ਹਾਰਦਿਕ ਸਵਾਗਤ ਹੈ। ਆਵਾਜ਼ੇ ਪੰਜਾਬ ਪ੍ਰੋਗਰਾਮ ਜੋ ਕਿ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਤੁਸੀਂ ਦੇਖ ਰਹੇ ਹੋ। ਅੱਜ ਦਾ ਪ੍ਰੋਗਰਾਮ ਕੈਨੇਡਾ ਡੇ ਨੂੰ ਸਮਰਪਿਤ ਹੈ। ਕੈਨੇਡਾ ਦਾ ਰਾਸ਼ਟਰੀ ਦਿਹਾੜਾ, ਜਿਸ ਮੁਲਕ ਦੇ ਵਿੱਚ ਇਸ ਵੇਲੇ ਅਸੀਂ ਰਹਿ ਰਹੇ ਹਾਂ, ਇਸ ਮੁਲਕ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਇਸ ਦਾ ਇਤਿਹਾਸ, ਇਸ ਦਾ ਸੱਭਿਆਚਾਰ, ਇਸ ਦੇ ਸਿਆਸੀ ਪੱਖ, ਇਸ ਦੀ ਪੌਣ ਪਾਣੀ, ਇਸ ਦਾ ਵਾਯੂਮੰਡਲ ਅਤੇ ਇਸ ਦੀ ਜਿਹੜੀ ਵੰਨ ਸਵੰਨਤਾ ਹੈ, ਜਿਸ ਨੂੰ ਮਲਟੀਕਲਚਰਿਜ਼ਮ ਕਹਿੰਦੇ ਹਾਂ ਅਸੀਂ, ਜਿਸ ਨੂੰ ਵਿਭਿੰਨਤਾ ਨੂੰ ਅਸੀਂ ਬੜਾ ਪਿਆਰ ਕਰਦੇ ਹਾਂ। ਇਸ ਕੈਨੇਡਾ ਦੇ ਮੈਪਲ ਦੀ ਲੀਫ ਦੇ ਵਿੱਚ ਜੇ ਅੱਜ ਦੇਖੀਏ, ਬੇਸ਼ੱਕ ਲਾਲ ਰੰਗ ਨਜ਼ਰ ਆ ਰਿਹਾ, ਪਰ ਲੋਕ ਇੱਥੇ ਸਾਰੇ ਰੰਗਾਂ ਦੇ ਵਸਦੇ ਨੇ। ਸਾਰਿਆਂ ਨੇ ਮਿਲ ਕੇ ਕੈਨੇਡਾ ਨੂੰ ਵਧੀਆ ਦੇਸ਼ ਬਣਾਇਆ। ਪਰ ਇਸ ਦਾ ਪਿਛੋਕੜ ਅਤੇ ਵਰਤਮਾਨ ਅਤੇ ਇਸ ਦੀਆਂ ਸੰਭਾਵਨਾਵਾਂ ਕੀ ਨੇ, ਅੱਜ ਇਹ ਵਿਸ਼ੇਸ਼ ਗੱਲਬਾਤ ਹੋਏਗੀ। ਕੈਨੇਡਾ ਡੇ 'ਤੇ ਪਰੇਡ ਜਾਣਾ, ਕੈਨੇਡਾ ਡੇ 'ਤੇ ਖੁਸ਼ੀਆਂ ਮਨਾਉਣਾ ਚੰਗੀ ਗੱਲ ਹੈ, ਪਰ ਉਸ ਦੇ ਇਤਿਹਾਸ ਨੂੰ ਜਾਣਨਾ ਜ਼ਰੂਰੀ ਹੈ। ਅਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਜਿਹੜੇ ਇਸ ਦੇ ਮੂਲ ਵਾਸੀ ਲੋਕ ਨੇ, ਉਹਨਾਂ ਦਾ ਇਤਿਹਾਸ ਕੀ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਇਸ ਸਾਰੇ ਦੇ ਵਿੱਚ ਕੀ ਭੂਮਿਕਾਵਾਂ ਰਹੀਆਂ ਨੇ, ਉਹ ਸਾਰੀ ਗੱਲਬਾਤ ਬੜੀ ਮਹੱਤਵਪੂਰਨ ਹੈ। ਸਾਡੇ ਬਜ਼ੁਰਗ ਜਿਹੜੇ ਇੱਥੇ ਆਏ, ਜਿਨ੍ਹਾਂ ਦੀਆਂ ਦੇਣਾ ਬੜੀਆਂ ਨੇ, ਜਿਨ੍ਹਾਂ ਨੇ ਮਿਹਨਤ ਮੁਸ਼ੱਕਤ ਕੀਤੀ ਹੈ, ਇਹ ਸਾਰਾ ਕੁਝ ਸਾਨੂੰ ਥਾਲੀ 'ਚ ਪਰੋਸ ਕੇ ਨਹੀਂ ਮਿਲਿਆ। ਇਹਦੇ ਲਈ ਸੰਘਰਸ਼ ਕੀਤਾ ਉਹਨਾਂ ਨੇ, ਲੜਾਈਆਂ ਲੜੀਆਂ, ਵੋਟ ਦੇ ਹੱਕ ਤੋਂ ਲੈ ਕੇ ਇਸ ਬਰਾਬਰੀ ਦੇ ਹੱਕ ਦੇ ਲਈ ਉਹਨਾਂ ਨੇ ਮੰਜ਼ਿਲਾਂ ਤੈਅ ਕੀਤੀਆਂ। ਅੱਜ ਜਦੋਂ ਇਸ ਕੈਨੇਡਾ ਦਾ ਆਨੰਦ ਮਾਣ ਰਹੇ ਹਾਂ, ਜ਼ਰੂਰ ਉਹਨਾਂ ਨੂੰ ਯਾਦ ਕਰਿਓ ਜਿਨ੍ਹਾਂ ਦੇ ਸਦਕਾ ਅਸੀਂ ਅੱਜ ਕੈਨੇਡਾ 'ਚ ਬੈਠੇ ਹਾਂ ਅਤੇ ਆਜ਼ਾਦੀ ਮਾਣ ਰਹੇ ਹਾਂ। ਇਸ ਗੱਲਬਾਤ ਦੇ ਵਿੱਚ ਸਾਡੇ ਮਹਿਮਾਨ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ ਮੰਚ ਮੁਹੱਈਆ ਕਰਨ ਲਈ। ਕੈਨੇਡਾ ਡੇ ਦੀ ਮੁਬਾਰਕਬਾਦ ਤੁਹਾਨੂੰ ਵੀ, ਤੁਹਾਡੇ ਦਰਸ਼ਕਾਂ ਨੂੰ ਵੀ। ਸਮੂਹ ਸਰੋਤਿਆਂ ਦਰਸ਼ਕਾਂ ਦੇ ਵੱਲੋਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ। ਖਾਸ ਤੌਰ 'ਤੇ ਮਨਾਉਣ ਦੇ ਨਾਲ ਉਹ ਜਾਣਕਾਰੀ ਜਿਹੜੀ ਹੈ ਉਹ ਦਿਮਾਗ 'ਚ ਰੱਖਣ ਲਈ ਬਹੁਤ ਵੱਡੀ ਗੱਲ ਹੈ। ਸੋ ਇਹ ਸ਼ਬਦ ਜਿਹੜਾ ਅਸੀਂ ਵਰਤਦੇ ਹਾਂ ਕੈਨੇਡਾ, ਇੱਥੋਂ ਹੀ ਸ਼ੁਰੂਆਤ ਕਰਦੇ ਹਾਂ। ਇਹ ਸ਼ਬਦ ਜਿਹੜਾ ਹੈ ਅੱਜ ਇਸ ਨੇ ਹੋਰ ਰੂਪ ਅਖਤਿਆਰ ਕੀਤਾ, ਪਰ ਐਕਚੁਅਲ ਜਿਹੜਾ ਹੈ ਇਸ ਦੀ ਬਣਤਰ ਕੀ ਹੈ, ਅਰਥ ਕੀ ਨੇ, ਅਤੇ ਉਸ ਤੋਂ ਬਾਅਦ ਇਸ ਦਾ ਇਤਿਹਾਸ ਕੀ ਹੈ। ਜਿਹੜਾ ਕੈਨੇਡਾ ਜਿਹੜਾ ਸ਼ਬਦ ਹੈ, ਇਸ ਦੀ ਹੋਂਦ ਇੱਥੋਂ ਮਤਲਬ ਕਿਹਾ ਜਾਂਦਾ ਕਿ ਕੈਨੇਡਾ ਇੱਕ ਸ਼ਬਦ ਸੀਗਾ ਜੀ, ਜਿਹੜਾ ਬਾਅਦ 'ਚ ਸਮੇਂ ਦੇ ਨਾਲ ਸੁਧਰ ਕੇ ਕੈਨੇਡਾ ਦੇ ਰੂਪ 'ਚ ਉਸਨੂੰ ਪ੍ਰਵਾਨ ਕਰ ਲਿਆ ਗਿਆ। ਕਨਾਟਾ ਪਿੰਡ ਨੂੰ ਜਾਂ ਕਸਬੇ ਨੂੰ ਕਿਹਾ ਜਾਂਦਾ। ਸੋ ਜਿਹੜੇ ਬਸਤੀਵਾਦੀ ਸ਼ੁਰੂ 'ਚ ਆਏ, ਉਹਨਾਂ ਨੇ ਆ ਕੇ ਜਦੋਂ ਸੰਵਾਦ ਰਚਾਇਆ ਮੂਲ ਵਾਸੀਆਂ ਨਾਲ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਘਰ ਕਿੱਥੇ ਆ। ਉਹਨਾਂ ਨੇ ਜਨ ਸਮੂਹ ਵਿਖਾਇਆ ਆਪਣਾ ਕਿ ਇੱਥੇ ਸਾਡਾ ਅਸੀਂ ਇੱਥੇ ਵੱਸਦੇ ਹਾਂ, ਉਹਨੂੰ ਕੈਨੇਡਾ ਕਿਹਾ ਜਾਂਦਾ। ਸੋ ਕੈਨੇਡਾ ਦਾ ਇਲਾਕਾ ਬਕਾਇਦਾ ਹੈ, ਆਟਵਾ ਦੇ ਆਲੇ ਦੁਆਲੇ ਇੱਕ ਛੋਟੀ ਜਿਹੀ ਕਮਿਊਨਿਟੀ ਵੀ ਹੈ ਉਹਦੀ ਜੀ। ਸੋ ਉੱਥੋਂ ਮੁੱਢ ਇਸ ਦਾ ਬੱਜਾ ਇਸ ਗੱਲ ਦਾ। ਸੋ ਕੈਨੇਡਾ ਨਾਂ ਆਪਣੇ ਆਪ 'ਚ ਇਸ ਦੀ ਮੂਲ ਵਾਸੀ ਜੜ੍ਹਾਂ ਨੇ ਇਸ ਨਾਂ ਦੀਆਂ, ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਉੱਥੋਂ ਇਹ ਨਾਂ ਓਰੀਜਨੇਟ ਹੋਇਆ। ਬਿਲਕੁਲ। ਪਰ ਜਿਹੜੀ ਅਫਸੋਸ ਦੀ ਗੱਲ ਇਹ ਹੈ ਕਿ ਜਿਹੜਾ 1 ਜੁਲਾਈ ਨੂੰ ਜਦੋਂ ਕੈਨੇਡਾ ਡੇ ਅਸੀਂ ਮਨਾਉਂਦੇ ਹਾਂ, ਲੋਕਾਂ 'ਚ ਇਹ ਭੁਲੇਖਾ ਹੈ ਕਿ ਕੈਨੇਡਾ ਦਾ ਜਨਮ ਹੋਇਆ ਜਾਂ ਕੈਨੇਡਾ ਹੋਂਦ 'ਚ ਆਇਆ, ਜਦੋਂ ਕਿ ਕੈਨੇਡਾ ਦਾ ਹੋਂਦ 'ਚ ਪਹਿਲਾਂ ਹੀ ਸੀਗਾ। ਬਿਲਕੁਲ ਸਹੀ ਹੈ। ਅਤੇ ਹੋਂਦ 'ਚ ਵੀ ਪਹਿਲਾਂ ਸੀ ਅਤੇ ਕੋਈ ਜਨਮ ਨਹੀਂ ਸੀ। ਜਨਮ ਤਾਂ ਉਸਦਾ ਬਹੁਤ ਪਹਿਲਾਂ ਹੋ ਚੁੱਕਾ, ਮੂਲ ਵਾਸੀਆਂ ਦੇ ਨਾਲ ਜਿਹੜੇ ਮੁੱਢ ਕਦੀਮ ਤੋਂ ਉੱਥੇ ਰਹਿੰਦੇ ਆ ਰਹੇ। ਬਸਤੀਵਾਦੀਆਂ ਨੇ ਆ ਕੇ ਆਪਣੇ ਢੰਗ ਨਾਲ ਇਸ ਮੁਲਕ ਦੀ ਭੰਨ ਤੋੜ ਕੀਤੀ, ਇਸਨੂੰ ਬਣਾਇਆ। ਇੱਕ ਲਕੀਰ ਕੱਢੇਗੀ ਅਮਰੀਕਾ ਦੇ ਕੈਨੇਡਾ ਦੇ ਵਿਚਾਲੇ, ਉਹ ਲਕੀਰ ਵੀ ਮੂਲ ਵਾਸੀਆਂ ਦੀ ਮਰਜ਼ੀ 'ਚ ਸ਼ਾਮਿਲ ਨਹੀਂ ਸੀਗੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਕਿ ਸਿੱਧੀ ਲਕੀਰ ਕੱਢ ਕੇ 2 ਮੁਲਕ ਕਰ ਦਿੱਤੇ ਗਏ। ਕਿੰਨਾ ਸਮਾਂ ਤਾਂ ਇਹ ਬ੍ਰਿਟਿਸ਼ ਨੈਸ਼ਨਲ ਐਕਟ ਦੇ ਤਹਿਤ ਕੈਨੇਡਾ ਦਾ ਸੰਵਿਧਾਨ ਚੱਲਦਾ ਰਿਹਾ। ਜਦੋਂ ਸ਼ੁਰੂ 'ਚ ਵੀ ਜਦੋਂ ਇਹਦੀ ਸਥਾਪਨਾ ਹੋਈ ਹੈ, ਤਾਂ ਉਸ ਵੇਲੇ ਬ੍ਰਿਟਿਸ਼ ਨੈਸ਼ਨਲ ਐਕਟ ਸੀਗਾ, ਜਿਹੜਾ ਬਾਅਦ 'ਚ ਹੌਲੀ ਹੌਲੀ ਉਸਨੂੰ ਫੇਜ਼ ਆਊਟ ਕੀਤਾ ਗਿਆ। ਸੋ ਕੁਝ ਸੂਬੇ ਨਾਲ ਜੋੜੇ ਗਏ। ਕੁਬੈਕ ਅਤੇ ਓਨਟਾਰੀਓ ਪਹਿਲਾਂ ਇਕੱਠੇ ਸੀ, ਨਾਲ ਦੇ ਸੂਬੇ ਹੋਰ ਲਏ ਗਏ। ਫਿਰ BC ਨੂੰ ਕੁਝ ਸਮੇਂ ਬਾਅਦ ਸ਼ਾਮਿਲ ਕੀਤਾ ਗਿਆ। ਸੋ ਇਸ ਤਰ੍ਹਾਂ ਇਸ ਮੁਲਕ ਦੀ ਜਿਹੜੀ ਹੈ ਬਣਤਰ ਦਾ ਸੰਖੇਪ ਜਿਹੜਾ ਵੇਰਵਾ ਦਾ ਇਹੋ ਹੀ ਹੈ। ਪਰ ਮੂਲ ਵਾਸੀ ਕਬੀਲੇ ਜਿਹੜੇ ਸੀਗੇ, ਅਨੇਕਾਂ ਭਾਸ਼ਾਵਾਂ ਬੋਲਣ ਵਾਲੇ, ਉਹਨਾਂ ਦੇ ਆਪਣੇ ਸੱਭਿਆਚਾਰ ਸੀ, ਆਪਣੀ ਪਛਾਣਾਂ ਸੀਗੀਆਂ, ਉਹ ਸਾਰੇ ਕੈਨੇਡਾ 'ਚ ਪਸਰੇ ਹੋਏ ਸੀਗੇ, ਰਾਦਰ ਪੂਰੇ ਉੱਤਰੀ ਅਮਰੀਕਾ ਵਿੱਚ। ਵੈਸੇ ਮੂਲ ਵਾਸੀਆਂ ਦੀ ਆਪਣੀ ਜਿਹੜੀ ਆਪਣੇ ਗੱਲਬਾਤ ਦੇ ਵਿੱਚ ਉਹ ਇਸ ਨੂੰ ਕਹਿੰਦੇ ਆ ਟਰਟਲ ਆਈਲੈਂਡ, ਯਾਨੀ ਕੱਛੂ ਦੀ ਪਿੱਠ 'ਤੇ ਜਿਹੜਾ ਇੱਕ ਕੋਈ ਟਾਪੂ ਆ ਜਿਹੜਾ ਪੂਰਾ ਉੱਤਰੀ ਅਮਰੀਕਾ। ਉਹਨਾਂ ਦੇ ਮੁਤਾਬਕ ਇਹ ਕੱਛੂ ਦੀ ਅਸੀਂ ਪਿੱਠ 'ਤੇ ਬੈਠੇ ਹਾਂ। ਅੱਛਾ। ਸੋ ਟਰਟਲ ਆਈਲੈਂਡ ਕਿਹਾ ਜਾਂਦਾ ਪੂਰੇ ਇਸ ਮਹਾਂਦਵੀਪ ਨੂੰ। ਸੋ ਉਹਨਾਂ ਦੀ ਸ਼ਬਦਾਵਲੀ ਵਿੱਚ ਕੁਝ ਹੋਰ ਅਰਥ ਨੇ। ਪਰ ਜਿਹੜੇ ਕੈਨੇਡਾ ਜਾਂ ਅਮਰੀਕਾ ਦੇ ਉੱਤੇ ਜਿਹੜੇ ਬੱਲੇ ਬੱਲੇ ਕਰ ਰਹੇ ਨੇ, ਮੈਕਸੀਕੋ ਬੈਠੇ ਬੱਲੇ ਬੱਲੇ ਕਰ ਰਹੇ ਰਾਸ਼ਟਰਵਾਦ ਦੇ ਨਾਂ 'ਤੇ, ਉਹਨਾਂ ਦੇ ਚੇਤਿਆਂ ਦੀਆਂ ਗੱਲਾਂ ਹੈ ਨਹੀਂ ਗੀਆਂ, ਉਹ ਹੋਰ ਰੂਪ 'ਚ ਵੇਖਦੇ। ਸੋ ਇਹ ਕੁਝ ਗੱਲਾਂ ਨੇ, ਇਸ ਦੇ ਬਾਰੇ ਲੋਕਾਂ ਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਕਿ ਇਤਿਹਾਸ ਸ਼ੁਰੂ ਕਿੱਥੋਂ ਹੋਇਆ। ਮੂਲ ਵਾਸੀ ਮੁੱਢ ਕਦੀਮ ਦੇ ਇੱਥੇ ਰਹਿ ਰਹੇ ਸੀਗੇ। ਬਸਤੀਵਾਦੀਆਂ ਨੇ ਆ ਕੇ ਇੱਥੇ ਅੰਗਰੇਜ਼ੀ ਫਰਾਂਸੀਸੀ ਲਿਆਂਦੀ। ਇੱਕ ਹਿੱਸੇ 'ਚ ਅੱਗੇ ਸਪੈਨਿਸ਼ ਭਾਸ਼ਾ ਦੀ ਜਿਹੜਾ ਪਸਾਰਾ ਹੋਇਆ। ਸੋ ਇਸ ਤਰੀਕੇ ਨਾਲ ਸੰਖੇਪ ਕਹਾਣੀ ਇਹਦੀ ਇਹ ਆ। ਜਦੋਂ ਇਹ ਪਹਿਲਾਂ ਆਏ, ਜਿਸ ਤਰ੍ਹਾਂ ਫਰਾਂਸੀਸੀ ਆਏ, ਬਾਅਦ 'ਚ ਬ੍ਰਿਟਿਸ਼ ਲੋਕ ਆਏ,
ਇਹਨਾਂ ਲੋਕਾਂ ਨੇ 17ਵੀਂ 18ਵੀਂ ਸਦੀ ਤੋਂ ਆਉਣਾ ਸ਼ੁਰੂ ਕੀਤਾ ਤੇ ਉਸ ਵੇਲੇ ਜਿਹੜੇ ਮੂਲ ਵਾਸੀ ਲੋਕ ਸਨ, ਜਿਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਸਨ, ਸੱਭਿਆਚਾਰ ਸਨ, ਉਹਨਾਂ ਦੇ ਵਿੱਚੋਂ ਜਿਸ ਕਿਸਮ ਦਾ ਉਹਨਾਂ ਦੇ ਹੋਂਦ ਨੂੰ ਮਿਟਾਉਣ ਦਾ ਸਾਰਾ ਕੁਝ ਸਿਲਸਿਲਾ ਚੱਲਦਾ ਗਿਆ, ਉਹਦੇ ਬਾਰੇ ਬਹੁਤ ਲੋਕਾਂ ਨੇ ਕਾਫੀ ਪ੍ਰੋਗਰਾਮਾਂ 'ਚ ਅਸੀਂ ਗੱਲਬਾਤ ਵੀ ਕੀਤੀ ਹੈ। ਪਰ ਜਿੱਥੋਂ ਤੱਕ ਸਾਡੇ ਲੋਕ ਇਸ ਧਰਤੀ 'ਤੇ ਆਏ, ਸਾਡੇ ਵੱਡੇ ਵਡੇਰੇ ਬਜ਼ੁਰਗ ਆਏ, ਉਹਨਾਂ ਆ ਕੇ ਜਿਹੜੀਆਂ ਮੁਸ਼ਕਲਾਂ ਉਹਨਾਂ ਨੇ ਝੱਲੀਆਂ, ਉਹਨਾਂ ਦਾ ਵੀ ਇੱਕ ਬੜਾ ਵੱਡਾ ਇਤਿਹਾਸ ਹੈ। ਅਸੀਂ ਕਿਉਂ ਨਾ ਅੱਜ ਕੈਨੇਡਾ ਡੇ 'ਤੇ ਆਪਣੇ ਭਾਈਚਾਰੇ ਨੂੰ ਇਹ ਦੱਸੀਏ ਕਿ ਉਹਨਾਂ ਦੀ ਜਿਹੜੀ ਦੇਣ ਹੈ ਉਹ ਕਿੱਡੀ ਵੱਡੀ ਸੀ। ਇਹ ਬਹੁਤ ਜ਼ਰੂਰੀ ਗੱਲ ਤੁਸੀਂ ਕੀਤੀ ਆ ਗੁਰਜਿੰਦਰ ਸਿੰਘ ਜੀ, ਕਿ ਜਦੋਂ ਅਸੀਂ ਕੈਨੇਡਾ ਦੀ ਉਸਾਰੀ ਦੀ ਗੱਲ ਕਰਦੇ ਹਾਂ, ਕਿ ਨੇਸ਼ਨ ਸਟੇਟ ਦੇ ਤੌਰ ਤੇ ਜਾਂ ਕਿਸੇ ਇੱਕ ਮੁਲਕ ਦੀ ਤਰੱਕੀ ਦੀ ਗੱਲ ਕਰਦੇ ਹਾਂ, ਤਾਂ ਉਸ ਵਿੱਚ ਮੁੜਕਾ ਸਾਡੇ ਬਜ਼ੁਰਗਾਂ ਦਾ ਵੀ ਸ਼ਾਮਲ ਆ ਜੀ। ਸੋ ਇਹ ਸੱਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ। ਅਕਸਰ ਅਸੀਂ ਸੁਣਦੇ ਕਿ ਜਿਹੜੇ ਚੀਨੀ ਭਾਈਚਾਰੇ ਦੇ ਲੋਕ ਉਹ ਸਾਡੇ ਤੋਂ ਪਹਿਲਾਂ ਦੇ ਆਏ ਹੋਏ ਆ ਜੀ। ਸੋ ਚੀਨੀ ਭਾਈਚਾਰੇ ਦੇ ਲੋਕਾਂ ਨੇ, ਜਿਵੇਂ ਕਿਹਾ ਜਾਂਦਾ ਕਿ ਕੈਨੇਡਾ ਰੇਲ ਜਦੋਂ ਬਣੀ, ਰੇਲ ਲਾਈਨ ਵਿਛਾਉਣ ਦੇ ਵਿੱਚ ਉਹਨਾਂ ਦਾ ਮੋਹਰੀ ਰੋਲ ਸੀਗਾ, ਪਰ ਇਸ ਤਰ੍ਹਾਂ ਨਹੀਂ, ਸਾਡੇ ਆਪਣੇ ਪੰਜਾਬੀ ਬਜ਼ੁਰਗ ਵੀ ਉਸ ਵਿੱਚ ਸ਼ਾਮਲ ਸੀਗੇ। ਨਰਿੰਦਰ ਸਿੰਘ ਪੰਡੋਰੀ ਵੀ ਸੀਗੇ ਇੱਕ ਰੇਲ ਲਾਈਨ ਦੀ ਉਸਾਰੀ ਦੇ ਕੰਮ ਦੇ ਵਿੱਚ, ਜਿਹੜੇ ਗਦਰ ਪਾਰਟੀ ਨਾਲ ਜੁੜੇ ਰਹੇ ਬਾਅਦ 'ਚ। ਸੋ ਇਸ ਤਰ੍ਹਾਂ ਸਾਡੇ ਕੋਲ ਮਿਸਾਲਾਂ ਨੇ। ਸੋ ਉਹਨਾਂ ਨੇ ਇੱਥੇ ਆ ਕੇ ਜਦੋਂ ਆਪਣੀ ਜ਼ਿੰਦਗੀ ਸੁਧਾਰਨ ਲਈ ਇੱਥੇ ਆਏ ਤਾਂ ਜ਼ਾਹਿਰਾ ਤੌਰ 'ਤੇ ਇੱਥੇ ਮਜ਼ਦੂਰੀ ਵੀ ਕੀਤੀ, ਘੱਟ ਮਿਹਨਤਾਨੇ ਦੇ ਕੰਮ ਕੀਤਾ, ਔਰ ਗੋਰਿਆਂ ਦੇ ਮੁਕਾਬਲੇ ਘੱਟ ਮਿਹਨਤਾਨੇ ਦੇ ਕੰਮ ਵੀ ਕਰਦੇ ਸੀਗੇ। ਸੋ ਉਹਨਾਂ ਨੇ ਇੱਕ ਤਰੀਕੇ ਨਾਲ ਫਾਕੇ ਕੱਢ ਕੇ, ਜਿੱਦਾਂ ਵੀ ਆਪਣਾ ਸਮਾਂ ਕੱਢ ਕੇ ਇੱਥੇ ਯੋਗਦਾਨ ਪਾਇਆ। ਪਰ ਜਿਹੜੀ ਸਭ ਤੋਂ ਵੱਡੀ ਗੱਲ ਕਿ ਜਿਹੜੇ ਹੱਕ ਸੀਗੇ ਬਰਾਬਰ ਨਹੀਂ ਸੀਗੇ। ਹਾਂਜੀ। ਔਰ ਸ਼ਰਮ ਦੀ ਗੱਲ ਕਿ ਮੂਲ ਵਾਸੀ ਜਿਹੜੇ ਸਾਡੇ ਤੋਂ ਵੀ ਪਹਿਲਾਂ ਦੇ ਇੱਥੇ ਰਹਿ ਰਹੇ ਸੀ, ਸਾਡੇ ਬਜ਼ੁਰਗਾਂ ਤੋਂ, ਹਾਂਜੀ, ਉਹਨਾਂ ਦਾ ਹੱਕ ਵੀ ਜਿਹੜਾ ਬਹੁਤ ਪਹਿਲਾਂ ਖੋਲਿਆ ਗਿਆ ਔਰ ਸਭ ਤੋਂ ਅਖੀਰ 'ਚ ਵਾਪਸ ਮਿਲਿਆ ਵੋਟ ਪਾਉਣ ਦਾ। ਪਰ ਸਾਡੇ ਬਜ਼ੁਰਗਾਂ ਨੂੰ ਖੈਰ 1947 'ਚ ਮਿਲ ਗਿਆ ਸੀ ਜੀ, ਜਿਹੜਾ ਕਿ 1907 'ਚ ਖੋਲਿਆ ਗਿਆ ਸੀਗਾ। ਸੋ ਪਹਿਲਾਂ ਵੋਟ ਪਾਉਣ ਦਾ ਹੱਕ ਹੋਇਆ ਗਿਆ ਨਹੀਂ ਸੀਗਾ ਲੰਮਾ ਸਮਾਂ, ਪਰਿਵਾਰ ਲਿਆਉਣ ਦੀ ਆਗਿਆ ਨਹੀਂ ਸੀਗੀ, ਇਮੀਗ੍ਰੇਸ਼ਨ ਦੇ ਕਾਨੂੰਨ ਬੜੇ ਸਖਤ ਸੀਗੇ, ਇੱਥੋਂ ਕੱਢ ਕੇ ਹੌਂਡਰਸ ਭੇਜਣ ਤੱਕ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਗੱਲ ਇਸ ਤਰ੍ਹਾਂ ਸੀ ਕਿ ਜਿਨ੍ਹਾਂ ਲੋਕਾਂ ਨੇ ਇਸ ਨੇਸ਼ਨ ਸਟੇਟ ਦੀ ਉਸਾਰੀ ਕੀਤੀ ਹੈ, ਉਹਨਾਂ ਦੀ ਸੋਚ ਕੀ ਸੀ? ਹਾਂਜੀ, ਯੂਰਪੀ ਨਸਲ ਦੀ ਉੱਚਤਾ ਤੇ ਉੱਤਮਤਾ ਦੀ ਸੋਚ ਦੇ ਉਤਾਰਨੇ ਸੀਗੇ ਜੀ। ਬਾਕੀ ਸਾਰੀਆਂ ਜਿਹੜੀਆਂ ਗੈਰ ਨਸਲਾਂ ਸੀਗੀਆਂ, ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਮੁਕਾਬਲੇ ਦੀ ਨਹੀਂ ਗੀਆਂ, ਜਾਂ ਉਹ ਕੈਨੇਡਾ ਦੇ ਯੋਗ ਨਹੀਂ। ਜੀ ਜੀ। ਇਹ ਜਿਹੜਾ ਨਸਲੀ ਹੈਂਕੜ ਜਿਹੜੀ ਸੀ ਨਾ, ਉਸਨੇ ਬਹੁਤ ਸਮੱਸਿਆਵਾਂ ਖੜੀ ਕੀਤੀਆਂ। ਉਸੇ ਹੈਂਕੜ ਵਿੱਚੋਂ ਉਹਨਾਂ ਨੇ ਆ ਕੇ ਇਸ ਦੇਸ਼ ਦੇ ਉੱਤੇ ਕਬਜ਼ਾ ਕੀਤਾ, ਮੂਲ ਵਾਸੀਆਂ ਨੂੰ ਬੇਦਖਲ ਕੀਤਾ। ਥੋੜ੍ਹਾ ਬਹੁਤਾ ਫਰਕ ਇਹ ਹੈ ਕਿ ਜਿਹੜੇ ਫਰਾਂਸੀਸੀ ਲੋਕ ਸੀ, ਉਹਨਾਂ ਨੇ ਮੂਲ ਵਾਸੀਆਂ ਨਾਲ ਸੰਬੰਧ ਬਣਾਏ, ਜਿਹਦੇ ਕਰਕੇ ਮਿੱਟੀ ਰੇਸ ਪੈਦਾ ਹੋਈ। ਬ੍ਰਿਟਿਸ਼ ਦਾ ਬਿਲਕੁਲ ਹੋਰ ਤਰੀਕੇ ਦਾ ਰਵੱਈਆ ਸੀਗਾ ਜੀ, ਸਪੈਨਿਸ਼ ਦਾ ਉਸ ਤੋਂ ਵੀ ਭਿਆਨਕ ਰਿਹਾ। ਸੋ ਹਰ ਇੱਕ ਦੀ ਆਪਣੀ ਆਪਣੀ ਲੋੜ ਦੇ ਮੁਤਾਬਕ ਇਹ ਸਾਰਾ ਕੁਝ ਕੀਤਾ ਗਿਆ। ਉਸ ਤੋਂ ਬਾਅਦ ਇੱਕ ਦੌਰ ਆਇਆ ਕਿ ਕਿਸ ਤਰੀਕੇ ਨਾਲ ਇੱਥੇ ਸਿਆਹ ਨਸਲ ਦੇ ਲੋਕ ਜਦੋਂ ਅਮਰੀਕਾ ਤੋਂ ਭੱਜ ਕੇ ਇੱਧਰ ਆਏ ਕੈਨੇਡਾ, ਜੀ, ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ। ਜਿਹੜੇ ਪੰਜਾਬ ਤੋਂ ਜਾਂ ਦੂਸਰੇ ਪਾਸਿਆਂ ਤੋਂ ਆਏ, ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ। ਜਿਹੜੇ ਏਸ਼ੀਆਈ ਮੂਲ ਦੇ ਲੋਕਾਂ ਨੇ, ਉਹਨਾਂ ਨਾਲ ਜ਼ਿਆਦਤੀਆਂ ਹੋਈਆਂ। ਹੁਣ ਸਬਬ ਨਾਲ 1 ਜੁਲਾਈ ਨੂੰ ਹੀ ਜਿਹੜਾ ਚਾਈਨੀਜ਼ ਹੈਡ ਟੈਕਸ ਡੇ ਵੀ ਮਨਾਇਆ ਜਾਂਦਾ, ਉਸ ਨੂੰ ਡੇ ਆਫ ਸ਼ੇਮ ਵੀ ਕਿਹਾ ਜਾਂਦਾ ਚੀਨੀ ਭਾਈਚਾਰੇ ਵਿੱਚ, ਕਿਉਂਕਿ 1 ਜੁਲਾਈ ਨੂੰ ਸਬਬ ਨਾਲ ਉਹ ਦਿਨ ਸੀ ਜਦੋਂ ਚਾਈਨੀਜ਼ ਹੈਡ ਟੈਕਸ ਠੋਕਿਆ ਗਿਆ। ਸੋ ਉਹ ਕਿਵੇਂ ਕੈਨੇਡਾ ਨੂੰ ਉਸ ਰੂਪ 'ਚ ਅਪਣਾਉਣ, ਉਹਨਾਂ ਲਈ ਕਈ ਤਰ੍ਹਾਂ ਦੀਆਂ ਇੱਕ ਰੁਕਾਵਟਾਂ ਨੇ। ਸੋ ਕਿਧਰੇ ਨਾ ਕਿਧਰੇ ਇੱਕ ਤਾਲਮੇਲ ਬਣਾਉਣ ਦੀ ਬਹੁਤ ਲੋੜ ਆ। ਹਾਲਾਂਕਿ ਬਹੁਤ ਸੁਧਾਰ ਵੀ ਹੋਇਆ। ਜਿਵੇਂ ਹੁਣ ਮੌਜੂਦਾ ਸਰਕਾਰ ਦੀ ਗੱਲ ਕਰੀਏ, ਏਸ਼ੀਆਈ ਲੋਕਾਂ ਦੇ ਖਿਲਾਫ ਜਿਹੜੇ ਹੁਣ ਨਸਲੀ ਘਟਨਾਵਾਂ ਹੋਈਆਂ, ਟਰੂਡੋ ਦੀ ਪਹੁੰਚ ਵੇਖੋ ਜਾਂ ਜੌਨ ਹੌਰਗਨ ਦੀ ਪਹੁੰਚ ਵੇਖੋ। ਸੋ ਕਿਧਰੇ ਨਾ ਕਿਧਰੇ ਇੱਕ ਕੋਸ਼ਿਸ਼ ਹੈ ਕਿ ਵੀ ਏਸ਼ੀਆਈ ਭਾਈਚਾਰਾ ਆਪਣੇ ਆਪ ਨੂੰ ਅਲੱਗ ਥਲੱਗ ਜਾਂ ਅਣਸੁਰੱਖਿਅਤ ਮਹਿਸੂਸ ਨਾ ਕਰੇ। ਸੋ ਕੁਝ ਤਬਦੀਲੀਆਂ ਵੀ ਹੋਈਆਂ ਸਮੇਂ ਦੇ ਨਾਲ, ਜਿਵੇਂ ਸਾਡੇ ਸਿੱਖ ਭਾਈਚਾਰੇ ਦੇ ਕਿੰਨੇ ਜਿਹੜੇ ਅਹੁਦੇਦਾਰ ਨੇ, ਕੋਈ ਪੁਲਿਸ ਮਹਿਕਮੇ ਦੀ ਅਗਵਾਈ ਕਰਦਾ ਰਿਹਾ, MP ਨੇ ਸਾਡੇ ਦਸਤਾਰਧਾਰੀ। ਸੋ ਹਾਲਾਤ ਬਦਲੇ ਵੀ ਨੇ, ਹਾਲਾਤ ਨੇ ਕਰਵਟ ਵੀ ਲਈ ਹੈ। ਬਿਲਕੁਲ ਸਾਨੂੰ ਇਹ ਵੀ ਹਕੀਕਤ ਸਾਨੂੰ ਸਾਡੇ ਜ਼ਿਹਨ 'ਚ ਰੱਖਣੀ ਪਊਗੀ। ਪਰ ਜਦੋਂ ਸ਼ੁਰੂ 'ਚ ਅਸੀਂ ਵੇਖਦੇ ਹਾਂ, ਨਸਲਵਾਦ ਇੰਨਾ ਭਾਰੂ ਸੀਗਾ। ਪਹਿਲਾ ਪ੍ਰਧਾਨ ਮੰਤਰੀ ਜੌਨ ਮੈਕਡੋਨਲਡ ਕਿੰਨਾ ਬੜਾ ਰੇਸਿਸਟ ਸੀਗਾ ਉਹ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਬਹੁਤ ਪਰੇਸ਼ਾਨੀ ਵਾਲੀਆਂ। ਜਿੱਥੇ ਉਹਨਾਂ ਬਜ਼ੁਰਗਾਂ ਨੇ ਆ ਕੇ ਜਦੋਂ 20ਵੀਂ ਸਦੀ ਦੇ ਆਰੰਭ ਦੇ ਵਿੱਚ ਇੱਥੇ ਸਟਰਗਲ ਸ਼ੁਰੂ ਕੀਤਾ, ਅਸੀਂ ਦੇਖਦੇ ਹਾਂ ਕਿ ਵੀ ਸੜਕਾਂ 'ਤੇ ਉਹ ਜਦੋਂ ਜਾਂਦੇ ਸਨ, ਨਿਕਲਦੇ ਸਨ, ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ, ਉਹਨਾਂ ਨੂੰ ਬੋਲੇ ਕਸੇ ਜਾਂਦੇ ਸਨ, ਪਰ ਉਹ ਫਿਰ ਵੀ ਆਪਣੀ ਪਛਾਣ ਉਹਨਾਂ ਨੇ ਕਾਇਮ ਰੱਖੀ। ਉਹ ਸਿਰ 'ਤੇ ਪੱਗਾਂ ਵੀ ਬੰਨੀਆਂ ਪਿਕਚਰਾਂ 'ਤੇ ਮਿਲਦੀਆਂ, ਕੱਪੜੇ ਵੀ ਜਿਹੜੇ ਪੰਜਾਬੀ ਪਹਿਰਾਵੇ ਵਾਲੇ। ਲੇਕਿਨ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੌਂਡਰਸ ਦੇ ਵਿੱਚ ਕੈਨੇਡਾ ਤੋਂ ਕੱਢ ਕੇ ਭੇਜਣ ਦੀ ਜਿਹੜੀ ਘਟਨਾ, ਉਹ ਵੀ ਇਤਿਹਾਸ ਦੀ ਐਸੀ ਘਟਨਾ ਕਿ ਜੇਕਰ ਉਸ ਦੇ ਖਿਲਾਫ ਉਸ ਵੇਲੇ ਉਹਨਾਂ ਨੇ ਕਦਮ ਨਾ ਚੱਕੇ ਹੁੰਦੇ ਤਾਂ ਸਾਡੀ ਹੋਂਦ ਇੱਥੇ ਹੋਣੀ ਨਹੀਂ ਸੀ। ਇੱਕ ਗੱਲ ਸਾਨੂੰ ਮੰਨ ਕੇ ਚੱਲਣੀ ਪੈਣੀ ਕਿ ਸਾਡੇ ਜਿਹੜੇ ਬਜ਼ੁਰਗ ਜਦੋਂ ਇੱਥੇ ਆਏ ਸੀਗੇ, ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਅਸੀਂ ਕੈਨੇਡਾ ਦੇ ਵੱਡੇ ਸਮਾਜ ਦਾ ਹਿੱਸਾ ਬਣੀਏ। ਜੀ, ਲੋਕਾਂ ਨੂੰ ਕਈ ਵਾਰੀ ਅਸੀਂ ਵੇਖਿਆ ਇੱਥੇ ਲੋਕਾਂ ਨੇ ਰੇਸਿਜ਼ਮ ਨੂੰ ਇੰਟਰਨਲਾਈਜ਼ ਕੀਤਾ ਹੋਇਆ, ਅੰਤਰਮੁਖੀ ਬਣਾ ਲਿਆ। ਉਹ ਕੀ ਕਰਦੇ, ਕਹਿਣਗੇ ਜੇ ਤੁਸੀਂ ਵੱਡੇ ਭਾਈਚਾਰੇ ਨਾਲ ਰਲ ਮਿਲ ਕੇ ਚੱਲੋ, ਪਹਿਰਾਵਾ ਉਹੋ ਜਿਹਾ ਰੱਖੋ, ਬੋਲੀ ਉਹੋ ਜਿਹੀ ਬੋਲੋ, ਇਹ ਕਹਿਣ ਦੀ ਤੁਹਾਨੂੰ ਲੋੜ ਕੀ ਹੈ? ਸਾਡੇ ਬਜ਼ੁਰਗ ਸਾਰਾ ਕੁਝ ਕਰਦੇ ਸੀਗੇ। ਦੇਖੋ ਸਾਡੇ ਬਜ਼ੁਰਗਾਂ ਨੇ ਕੀ ਨਹੀਂ ਕੀਤਾ। ਚੰਗੀਆਂ ਪੁਸ਼ਾਕਾਂ ਪਾ ਕੇ ਸੜਕਾਂ 'ਤੇ ਨਿਕਲੇ, ਇੱਥੋਂ ਤੱਕ ਕਿ ਕਈਆਂ ਨੇ ਕੇਸ ਕਤਲ ਕਰਾਤੇ।
ਫਿਰ ਜਿਹੜੀਆਂ ਬੀਬੀਆਂ ਸੀਗੀਆਂ ਉਹ ਸਕਰਟਾਂ ਪਾ ਕੇ ਜਾਂਦੀਆਂ ਸੀਗੀਆਂ, ਜਿਹਦੇ ਕਰਕੇ ਲੰਗਰ ਹਾਲ ਦੇ ਵਿੱਚ ਮਜਬੂਰਨ ਉਹਨਾਂ ਨੂੰ ਥੱਲੇ ਜਦੋਂ ਪੈਂਦੀਆਂ ਸੀਗੀਆਂ ਤੇ ਉੱਪਰ ਆਪਣੀਆਂ ਲੱਤਾਂ ਢੱਕਣ ਲਈ ਇੰਤਜ਼ਾਮ ਕਰਨੇ ਪੈਂਦੇ ਸੀ। ਇਹ ਇਹੋ ਜਿਹੀ ਔਖਾਈਆਂ ਜੋ ਸਾਡੇ ਬਜ਼ੁਰਗ ਲੰਘੇ ਆ। ਅੱਜ ਜਿਹੜੇ ਹੁਣ ਸੌਖੀਆਂ ਪੱਗਾਂ ਬਣ ਕੇ ਤੁਰੇ ਫਿਰਦੇ ਆ, ਉਹਨਾਂ ਨੂੰ ਗੱਲਾਂ ਆ ਗਈਆਂ। ਜਿਹੜੇ ਬਜ਼ੁਰਗਾਂ ਨੇ ਆਪਣੇ ਆਪ ਨੂੰ ਜਦੋਂ ਇੱਕਮਿਕ ਹੋਣ ਦੀ ਕੋਸ਼ਿਸ਼ ਕਰਨ ਲਈ ਸਭ ਕੁਝ ਕੀਤਾ। ਸੋ ਇਸ ਕਰਕੇ ਸਾਨੂੰ ਨਾ ਇਹ ਜਿਹੜਾ ਬਾਰ-ਬਾਰ ਇਹ ਗੱਲ ਹੁੰਦੀ ਕਿ ਜਗਮੀਤ ਸਿੰਘ ਪੱਗ ਤਾਂ ਬੰਨ ਲਵੇ, ਉੱਦਾਂ ਬੰਨ ਲਵੇ, ਇਹ ਗੱਲਾਂ ਟਿਚਰਾਂ ਕਰਨੀਆਂ, ਇਹ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਸਾਡੀ ਹਿਸਟਰੀ ਕੀ ਸੀਗੀ, ਕਿੰਨੀ ਔਖੀਆਂ ਘੜੀਆਂ 'ਚ ਸਾਡੇ ਬਜ਼ੁਰਗ ਲੰਘੇ ਆ, ਔਰ ਉਹਨਾਂ ਆਪਣੇ ਆਪ ਨੂੰ ਵੱਡੇ ਸਮਾਜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਵਜੂਦ ਇਸਦੇ ਹਾਊਂਡਰਸ ਤੱਕ ਕੱਢ ਕੇ ਭੇਜਣ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ। ਜਿੱਥੇ ਗੁਰਪ੍ਰੀਤ ਸਿੰਘ ਜੀ ਇੱਕ ਗੱਲ ਬੜੀ ਦਿਮਾਗ ਦੇ ਵਿੱਚ ਮੇਰੇ ਕਈ ਵਾਰੀ ਆਉਂਦੀ ਹੈ ਕਿ ਜਿਹੜਾ ਨਸਲਵਾਦ ਹੈ ਨਾ, ਉਹ ਬਹੁਤ ਵੱਡਾ ਦਹਿਤ ਹੈ। ਜੇਕਰ ਕੋਈ ਇਹ ਸੋਚ ਵੀ ਲੈਂਦਾ ਹੈ ਕਿ ਮੈਂ ਇਸ ਮੁਲਕ ਜਾ ਕੇ, ਜਿਵੇਂ ਕਿ ਆਮ ਪ੍ਰਚਲਿਤ ਮੁਹਾਵਰਾ ਚੱਲਦਾ, ਜਿਹਾ ਦੇਸ਼ ਬਿਹਾ ਭੇਸ਼, ਜਾਂ ਜਿਹੋ ਜਿਹਾ ਮੁਲਕ ਹੈ ਉਹੋ ਜਿਹੇ ਬਣ ਜਾਓ। ਤੁਸੀਂ 100 ਵਾਰ ਉਹੋ ਜਿਹੇ ਬਣ ਜਾਓ, ਤੁਸੀਂ ਚਾਹੇ ਪੁਸ਼ਾਕਾਂ ਵੀ ਬਦਲ ਲਓ, ਚਾਹੇ ਤੁਹਾਡੀ ਆਇਡੈਂਟੀਟੀ ਵੀ ਬਦਲ ਜਾਏ, ਪਰ ਉਹ ਜਿਹੜਾ ਨਸਲਵਾਦ ਉਵੇਂ ਖਤਮ ਨਹੀਂ ਹੁੰਦਾ। ਤੁਸੀਂ ਚਾਹੇ ਕੋਸ਼ਿਸ਼ ਕਰ ਲਓ ਕਿ ਅਸੀਂ ਇਸ ਸਮਾਜ ਨੂੰ ਜਿਹੜਾ ਹੈ ਇਸ ਦੇ ਵਿੱਚ ਘੁਲਣ ਮਿਲਣ ਦੀ ਗੱਲ ਹੈ, ਪਰ ਉਹ ਅਸਿਮੀਲੇਟ ਤੁਹਾਨੂੰ ਜਿਸ ਤਰ੍ਹਾਂ ਕਰਦਾ, ਐਲੀਮੀਨੇਟ ਕਰਦਾ, ਜਿਸ ਕਿਸਮ ਦੀ ਉਹਨਾਂ ਦੀ ਅਪਰੋਚ ਚੱਲਦੀ ਹੈ ਜਜ਼ਬ ਕਰਨ ਦੀ, ਉਹ ਸਾਡੇ ਬਜ਼ੁਰਗਾਂ ਨੇ ਚੱਲੀ ਹੈ। ਹੁਣ ਦੇਖੋ, ਉਸ ਸਮੇਂ ਜਦੋਂ ਮੈਂ ਇਤਿਹਾਸ ਪੜ੍ਹਦਾ ਤਾਂ ਜਿੰਨੇ ਭਾਈ ਮੇਵਾ ਸਿੰਘ ਤੋਂ ਲੈ ਕੇ ਭਾਈ ਭਾਗ ਸਿੰਘ ਬਤਨ ਸਿੰਘ ਤੋਂ ਲੈ ਕੇ ਜਿੰਨੇ ਸਾਡੇ ਬਜ਼ੁਰਗ ਗਿਆਨੀ ਬਲਵੰਤ ਸਿੰਘ ਜੀ ਤੋਂ ਲੈ ਕੇ, ਉਹ ਸਾਰੇ ਦੇ ਸਾਰੇ ਬਕਾਇਦਾ ਉਹਨਾਂ ਨੇ ਸਿੱਖੀ ਸਰੂਪ 'ਚ ਵੀ ਰਹੇ। ਉਹਨਾਂ ਨੇ ਹਰ ਥਾਂ 'ਤੇ, ਹਰ ਮੋਰਚੇ 'ਤੇ ਜਾ ਕੇ ਹਕੂਮਤਾਂ ਦੇ ਨਾਲ ਗੱਲ ਵੀ ਕੀਤੀ। ਜੇਕਰ ਨਗਿੰਦਰ ਸਿੰਘ ਗਿੱਲ ਹੋਰਾਂ ਦੀ ਦੇਖ ਲਈਏ, ਜਿੱਦਣ ਵੋਟ ਦਾ ਹੱਕ ਮਿਲ ਰਿਹਾ ਉਦਣ ਵੀ ਉਹ ਜਦੋਂ ਖੜਾ ਗੱਲਬਾਤ ਕਰ ਰਿਹਾ, ਬਕਾਇਦਾ ਕਾਇਮੀ ਦੇ ਵਿੱਚ ਹੈ। ਸੋ ਮੈਨੂੰ ਇੱਕ ਗੱਲ ਇਹ ਗੱਲ ਲੱਗਦੀ ਹੈ ਕਿ ਸਾਡੀ ਜਿਹੜੀ ਆਇਡੈਂਟੀਟੀ ਹੈ ਉਹ ਇੱਕ ਭੁਲੇਖਾ ਹੀ ਹੁੰਦਾ ਹੈ ਕਿ ਆਇਡੈਂਟੀਟੀ ਮੈਂ ਆਪਣੀ ਮਿਟਾ ਕੇ ਸ਼ਾਇਦ ਆਪਣੇ ਵਿਰੁੱਧ ਨਸਲਵਾਦ ਨੂੰ ਖਤਮ ਕਰ ਲਾਂਗਾ। ਹੁੰਦਾ ਇਉਂ ਨਹੀਂ। ਜਿਨ੍ਹਾਂ ਨੇ ਅਪਣਾਉਣਾ ਹੈ ਉਹਨਾਂ ਨੇ, ਚਾਹੇ ਤੁਸੀਂ ਸਿੱਖ ਹੋ, ਚਾਹੇ ਮੁਸਲਮਾਨ ਹੋ, ਚਾਹੇ ਪੱਗ ਬੰਨੀ ਹੈ, ਚਾਹੇ ਤੁਸੀਂ ਕੋਲਾ ਬੰਨਿਆ ਸਜਾਇਆ ਹੋਇਆ, ਚਾਹੇ ਗੋਲ ਹੈ, ਚਾਹੇ ਤਿੱਖੀ ਹੈ, ਕੁਛ ਵੀ ਹੈ, ਉਹਨਾਂ ਨੂੰ ਸਭ ਸਵੀਕਾਰ ਹੈ। ਜਿਹਨੇ ਨਹੀਂ ਸਵੀਕਾਰ ਕਰਨਾ ਉਹਨਾਂ ਨੇ ਨਹੀਂ ਕਰਨਾ। ਹੁਣ ਦਿੱਲੀ ਦੇ ਵਿੱਚ ਜਦੋਂ 1984 ਦਾ ਕਤਲੇਆਮ ਹੋਇਆ, ਹੁਣ ਇਹ ਨਹੀਂ ਦੇਖਿਆ ਗਿਆ ਕਿ ਇਹ ਬੰਦਾ ਕੇਵਲ ਦਸਤਾਰਧਾਰੀ ਹੈ, ਕਾਂਗਰਸੀ ਹੈ, ਅਕਾਲੀ ਹੈ, ਕੋਈ ਹੈ। ਉਹਨਾਂ ਨੇ ਕੜਾ ਦੇਖਿਆ, ਕੜੇ ਵਾਲਾ ਵੀ ਸਿੱਖ, ਉਹਨੂੰ ਵੀ ਵੱਢ ਦਿਓ, ਮਾਰ ਦਿਓ। ਜੇਕਰ ਕੋਈ ਪੰਜਾਬੀ ਜ਼ਬਾਨ ਬੋਲਦਾ ਉਹ ਵੀ ਸਿੱਖ ਹੈ, ਉਹਨੂੰ ਵੀ ਮਾਰ ਦਿਓ। ਜੇਕਰ ਕਿਸੇ ਵੀ ਪਾਰਟੀ ਦਾ ਹੈ ਉਹਦੀ ਪਿਛੋਕੜ ਸਿੱਖ ਹੈ, ਦੈਟਸ ਆਲ, ਇਹੀ ਕਾਫੀ ਹੈ। ਸੋ ਮੈਨੂੰ ਲੱਗਦਾ ਕਿ ਨਸਲਵਾਦ ਦਾ ਜਿਹੜਾ ਦੈਤ ਹੈ ਉਹ ਬੜਾ ਭਿਆਨਕ ਹੈ। ਨਸਲਵਾਦ ਦਾ ਜਿਹੜਾ ਦੈਤ ਹੈ ਉਹ ਸਿਰਫ ਭਿਆਨਕ ਹੀ ਨਿਗਾ, ਉਹ ਬੜਾ ਚੰਟ ਵੀ ਹੈ। ਸਮੱਸਿਆ ਇਹ ਬਣੀ ਹੋਈ ਹੈ ਕਿ ਜਿਹੜਾ ਬਾਰ-ਬਾਰ ਘੱਟ ਗਿਣਤੀ ਤੋਂ ਉਸ ਗੱਲ ਦੀ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਵੱਡੇ ਸਮਾਜ ਅਨੁਸਾਰ ਚੱਲੋ ਜੀ। ਜਿਹੜਾ ਕਹਿੰਦੇ ਨਾ ਕਿ ਜੈਸਾ ਦੇਸ਼ ਵੈਸਾ ਭੇਸ, ਉਹਦਾ ਵੀ ਤੁਸੀਂ ਸ਼ਬਦਾਰਥ ਤੇ ਭਾਵਾਰਥ ਦੋਨੇ ਵੱਖਰੇ ਵੱਖਰੇ ਤਰੀਕੇ ਨਾਲ ਵੇਖਣ ਦੀ ਲੋੜ ਆ ਜੀ। ਜੇ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ ਤੋਂ ਨਿਕਲੇ, ਉਹਨਾਂ ਨੇ ਵੀ ਆਪਣੇ ਤੌਰ ਤੇ ਪਹਿਰਾਵਾ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਜੋ ਮੈਂ ਜਿਸ ਸਮਾਜ 'ਚ ਜਾ ਰਿਹਾ, ਜਿਸ ਮੁਲਕ 'ਚ ਜਾ ਰਿਹਾ, ਉਹਦੇ ਵਰਗਾ ਲੱਗਾ ਜਾਂ ਉਹਨਾਂ ਦੇ ਨਾਲ ਮੈਂ ਸੰਵਾਦ ਰਚਾਉਣਾ। ਪਰ ਉਹਦਾ ਜ਼ਾਹਰਾ ਤੌਰ ਤੇ ਇਹ ਮਤਲਬ ਨਹੀਂ ਸੀ ਕਿ ਤੁਸੀਂ ਸਾਰਾ ਕੁਝ ਦੀ ਤਲਾਲੀ ਦੇ ਚਲੋ, ਪਰ ਉਹ ਇੱਕ ਬੈਲੈਂਸ ਦੀ ਵੀ ਲੋੜ ਹੈ। ਸ਼ਬਦਾਰਥ ਤੇ ਭਾਵਾਰਥ ਦਾ ਜਿਹੜਾ ਵਖਰੇਵਾਂ ਕਰਨ ਦੀ ਲੋੜ ਆ। ਕਈ ਵਾਰੀ ਅਸੀਂ ਭੁਲੇਖੇ ਬਹੁਤ ਪਾ ਲੈਂਦੇ ਹਾਂ। ਬਿਲਕੁਲ। ਸਮੱਸਿਆ ਦੀ ਜੜ ਕੀ ਹੈ? ਸਮੱਸਿਆ ਦੀ ਜੜ ਉਹਨਾਂ ਲੋਕਾਂ ਵਿੱਚ ਨਹੀਂ ਹੈ ਜਿਹੜੇ ਬਾਹਰੋਂ ਆਏ ਆ। ਉਹ ਤਾਂ ਆਏ ਆਪਣਾ ਜ਼ਿੰਦਗੀ ਸੁਧਾਰਨ ਲਈ, ਘੱਟ ਤੋਂ ਘੱਟ ਮਿਹਨਤਾਨੇ ਤੇ ਵੀ ਗੁਜ਼ਾਰਾ ਕਰਨ ਲਈ ਤਿਆਰ ਨੇ, ਮੇਨ ਸਟ੍ਰੀਮ ਦਾ ਹਿੱਸਾ ਬਣਨ ਦੀ ਵੀ ਉਹ ਇਮਾਨਦਾਰ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਲੋੜ ਆ। ਜੇ ਆਪਾਂ ਪ੍ਰੈਗਮੈਟਿਕ ਢੰਗ ਨਾਲ ਸੋਚੀਏ ਤਾਂ ਲੋੜ ਆ ਉਹਨਾਂ ਦੀ ਹੈ। ਸਮੱਸਿਆ ਇਹ ਹੈ ਕਿ ਜਿਹੜਾ ਭਾਈਚਾਰਾ ਇਹ ਸੋਚ ਕੇ ਬੈਠਾ ਕਿ ਮੇਰੀ ਨਸਲ ਉੱਚੀ ਆ ਜਾਂ ਮੈਂ ਉੱਤਮ ਆ, ਜਦੋਂ ਤੱਕ ਉਹਦੀ ਇਹ ਧੌਣ ਨਹੀਂ ਟੁੱਟਦੀ, ਉਹਦਾ ਹੰਕਾਰ ਨਹੀਂ ਟੁੱਟਦਾ, ਕੋਈ ਮਸਲਾ ਹੱਲ ਨਹੀਂ ਹੋਊਗਾ। ਚਾਹੇ ਭਾਰਤ 'ਚ ਜ਼ਾਤ ਪਾਤ ਦੇ ਕੋਡ ਦੀ ਗੱਲ ਕਰ ਲਓ, ਚਾਹੇ ਇਹਨਾਂ ਮੁਲਕਾਂ 'ਚ ਨਸਲਵਾਦ ਦੀ ਗੱਲ ਕਰ ਲਓ। ਜਿਹੜਾ ਵੱਡਾ ਭਾਈਚਾਰਾ ਜਿਸ ਦਾ ਦਾਬਾ ਆ, ਜਦੋਂ ਤੱਕ ਉਹਦਾ ਐਟੀਟਿਊਡ ਚੇਂਜ ਨਹੀਂ ਹੁੰਦਾ, ਉਹ 'ਚੋਂ ਨਰਮਾਈ ਨਹੀਂ ਆਉਂਦੀ, ਲਚਕੀਲਾਪਣ ਨਹੀਂ ਆਉਂਦਾ, ਉਦੋਂ ਤੱਕ ਮਸਲਾ ਨਹੀਂ ਹੱਲ ਹੋਊਗਾ। ਸੱਚਾਈ ਹੈ। ਸੋ ਉਹਨਾਂ ਦਾ ਹੰਕਾਰ ਤੋੜਨਾ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰੀ ਨਾ ਐਵੇਂ ਸੋਚਦੇ ਨੇ ਕਿ ਸ਼ਾਇਦ ਅਸੀਂ ਉਹਨਾਂ ਦੇ ਮੁਤਾਬਕ ਬਣ ਜਾਵਾਂਗੇ ਤਾਂ ਸਭ ਠੀਕ ਹੋ ਜਾਊਗਾ। ਬਿਲਕੁਲ। ਇਹ ਮੈਂ ਉਹਨਾਂ ਦੀ ਇਮਾਨਦਾਰੀ ਸ਼ੱਕ ਨਹੀਂ ਕਰਦਾ, ਜਿਹੜੇ ਇਸ ਤਰ੍ਹਾਂ ਸੋਚਦੇ ਉਹਨਾਂ ਦੀ ਮੈਂ ਇਮਾਨਦਾਰੀ 'ਤੇ ਸ਼ੱਕ ਨਹੀਂ ਕਰਦਾ। ਹੋ ਸਕਦਾ ਉਹਨਾਂ ਦਾ ਨਜ਼ਰੀਆ ਠੀਕ ਹੋਵੇ ਔਰ ਕੁਝ ਲੋਕਾਂ ਨੇ ਕੋਈ ਪ੍ਰਾਪਤੀਆਂ ਕੀਤੀਆਂ ਵੀ ਹੋਣਗੀਆਂ, ਔਖੇ ਸਮੇਂ ਵੀ ਦੇਖੇ ਹੋਣਗੇ ਜਿਵੇਂ ਸਾਡੇ ਬਜ਼ੁਰਗਾਂ ਨੇ ਵੇਖੇ। ਬਿਲਕੁਲ ਸਹੀ। ਪਰ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਗਾ ਕਿ ਸਿਰਫ ਇੱਦਾਂ ਕਰਨ ਨਾਲ ਤੁਸੀਂ ਦੁਸ਼ਮਣ ਦੇ ਜਿਹੜਾ ਮਨ ਪਿਘਲਾ ਲਓਗੇ, ਕਿਉਂਕਿ ਜਦੋਂ ਤੱਕ ਉਹ ਨਸਲਵਾਦ ਦੀ ਜਿਹੜੀ ਆਕੜ ਆ, ਜਿਹੜੀ ਸੋਚ ਤੁਹਾਡੇ ਇੱਥੇ ਗਰਸੀ ਹੋਈ ਹੈ ਕਿ ਮੂਲ ਵਾਸੀਆਂ ਤੋਂ ਵੀ ਮੈਂ ਉੱਤਮ ਆ, ਸਿਆਹ ਨਸਲ ਦੇ ਲੋਕਾਂ ਤੋਂ ਵੀ ਉੱਤਮ ਆ, ਜਾਂ ਸਿਆਹ ਨਸਲ ਦੇ ਲੋਕ ਜਾਂ ਮੂਲ ਵਾਸੀ ਲੋਕ ਇਹ ਕਿਸੇ ਕੰਮ ਦੇ ਹੈ ਨਹੀਂ, ਉਹ ਜਿਹੜੀ ਸੋਚ ਜਦੋਂ ਤੱਕ ਨਹੀਂ ਝੰਜੋੜੀ ਜਾਂਦੀ ਉਦੋਂ ਤੱਕ ਮਸਲਾ ਹੱਲ ਨਹੀਂ ਹੋਊਗਾ, ਜਿੰਨਾ ਮਰਜ਼ੀ ਤੁਸੀਂ ਚੰਗੇ ਬਣ ਕੇ ਵੇਖ ਲਓ। ਸੱਚਾਈ ਹੈ। ਇੱਕ ਅਜੀਬ ਕਿਸਮ ਦੀ ਗੱਲ ਹੈ। ਦੇਖੋ, ਅੱਜ ਵੀ ਇਮੀਗ੍ਰੈਂਟਸ ਆ ਰਹੇ ਨੇ ਸਾਡੇ ਕੋਲ, ਵਿਦਿਆਰਥੀ ਵੀ ਆ ਰਹੇ ਨੇ,
ਉਦੋਂ ਵੀ ਆਏ, ਸਾਡੇ ਬਜ਼ੁਰਗਾਂ ਨੇ ਬੜਾ ਸਟਰਗਲ ਕੀਤਾ। ਉਹਦੇ ਦੌਰਾਨ ਹੀ ਕੁਝ ਲੋਕ ਜਿਹੜੇ ਸਿੱਖਿਅਤ ਨਾ ਹੋ ਕੇ ਜਾਂ ਜਾਗਰੂਕ ਨਾ ਹੋ ਕੇ ਇਹਨਾਂ ਚੀਜ਼ਾਂ ਨੂੰ ਸੰਜੀਦਗੀ ਨਾਲ ਨਹੀਂ ਦੇਖਦੇ, ਲਾਈਨਾਂ ਦੇ ਵਿਚਕਾਰ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਕਿਸ ਤਰੀਕੇ ਨਾਲ ਰਿਵਰਸ ਰੇਸਿਜ਼ਮ ਕਰਦੇ ਆ। ਇਹ ਅੱਖੀਂ ਦੇਖੀਆਂ ਘਟਨਾਵਾਂ ਨੇ। ਮੈਨੂੰ ਯਾਦ ਹੈ ਕਿ ਪੈਨਸ਼ਨ ਜਿਹੜੀਆਂ ਕੁਝ ਇੱਕ ਯੂਰਪੀ ਮੁਲਕਾਂ ਤੋਂ ਆਏ 3 ਸਾਲਾਂ ਦੇ ਬਾਅਦ ਪੈਨਸ਼ਨ ਲੱਗ ਜਾਣੀ, ਅਤੇ ਪਰ ਜਿਹੜੇ ਭਾਰਤ ਤੋਂ ਜਾਂ ਏਸ਼ੀਅਨ ਮੁਲਕਾਂ ਤੋਂ ਆਏ 10-10 ਸਾਲ ਤੱਕ ਦਾ ਉਡੀਕ ਕਰਨੀ ਪੈਂਦੀ ਆ। ਅਤੇ ਇੱਕ ਪਾਰਕ ਦੇ ਵਿੱਚ ਕੁਝ ਸਾਈਨ ਦਸਤਖਤ ਕਰਾਉਣ ਗਏ ਅਤੇ ਉੱਥੇ ਬੈਠੇ ਬਜ਼ੁਰਗ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਕੈਨੇਡੀਅਨ ਹੋ, ਆਹ ਲੋਕ ਵੀ ਕੈਨੇਡੀਅਨ ਆ, 3 ਸਾਲ ਬਾਅਦ ਸਿਟੀਜ਼ਨਸ਼ਿਪ ਵੀ ਮਿਲ ਜਾਂਦੀ ਹੈ। ਜਦੋਂ ਪੈਨਸ਼ਨ ਦਾ ਮਸਲਾ ਆਉਂਦਾ ਯੂਰਪ ਵਾਲਿਆਂ ਲਈ, ਹੋਰ ਤੁਸੀਂ ਆਓ ਕਰੋ, ਆਪਾਂ ਪਟੀਸ਼ਨਾਂ ਸਾਈਨ ਕਰੀਏ। ਲੋਕ ਪਟੀਸ਼ਨਾਂ ਸਾਈਨ ਕਰ ਰਹੇ ਸਨ, ਅਤੇ ਉੱਥੇ ਜਿਹੜੇ ਪੁਰਾਣੇ ਬੈਠੇ ਸੀ, ਜਿਹੜੇ ਆਏ ਸੀ, ਉਹ ਕਹਿੰਦੇ ਅਸੀਂ ਨਹੀਂ ਕਰਨੀਆਂ। ਸਾਡਾ ਸਵਾਲ ਸੀ ਵੀ ਕਿਉਂ ਨਹੀਂ ਕਰਨੀਆਂ? ਕਹਿੰਦੇ ਅਸੀਂ 10-10 ਸਾਲ ਧੱਕੇ ਖਾਧੇ ਆ, ਇਹਨਾਂ ਨੂੰ 3 ਸਾਲਾਂ 'ਚ ਹੀ ਮਿਲ ਜਾਏ। ਅਸੀਂ ਇਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਮਿਲੇ, ਇਹਨਾਂ ਨੂੰ ਵੀ ਨਾ ਮਿਲੇ। ਫਿਰ ਉਹਨੇ ਕਿਹਾ ਵੀ ਤੁਸੀਂ ਦੇਖੋ ਜਿਹੜੀ ਮੁਸ਼ਕਿਲ ਦੇ ਵਿੱਚੋਂ ਦੀ ਲੰਘੇ ਹੋ, ਜੇ ਇਹਨਾਂ ਆਉਂਦੀਆਂ ਪੀੜ੍ਹੀਆਂ ਲਈ ਕੋਈ ਰਾਹ ਬਣਾ ਜਾਓਗੇ, ਕੀ ਹਰਜ ਹੈ? ਨਹੀਂ। ਅੱਖੀਂ ਦੇਖਣ ਦੀਆਂ ਗੱਲਾਂ ਜਿਹੜੇ ਪਹਿਲਾਂ ਤੋਂ ਬਹੁਤ ਆਏ ਨੇ, ਨਵੇਂ ਆ ਰਹੇ ਲੋਕਾਂ ਨੂੰ ਇਉਂ ਦੇਖਣਗੇ ਕਿ ਤੁਹਾਨੂੰ ਚੱਜ ਚਾਰ ਨਹੀਂ ਕੈਨੇਡਾ 'ਚ ਰਹਿਣ ਦਾ, ਤੁਹਾਡੀ ਬੋਲਚਾਲ, ਤੁਹਾਡਾ ਰਹਿਣ ਸਹਿਣ ਕੈਨੇਡੀਅਨ ਨਹੀਂ, ਤੁਸੀਂ ਆ ਕੇ ਇੱਥੇ ਗੰਦ ਪਾ ਦਿੱਤਾ। ਕਮੈਂਟਸ, ਟਿੱਪਣੀਆਂ, ਇੱਕ ਰਿਵਰਸ ਰੇਸਿਜ਼ਮ ਅਜੀਬ ਕਿਸਮ ਦਾ, ਕਿ ਜਦ ਕਿ ਇਹ ਨਹੀਂ ਸੋਚਦੇ ਕਿ ਤੁਸੀਂ ਤਾਂ ਖੁਦ ਪੀੜਤ ਸੀ, ਕਿੰਨੇ ਧੱਕੇਸ਼ਾਹੀਆਂ ਤੁਹਾਡੇ ਨਾਲ ਹੋਈਆਂ, ਅਤੇ ਤੁਸੀਂ ਅੱਜ ਜੇਕਰ ਸਥਾਪਤੀ ਦਾ ਢਾਂਚਾ ਹਿੱਸਾ ਬਣ ਕੇ ਜਿਹੜੇ ਨਵੇਂ ਆ ਰਹੇ ਆ ਉਹਨਾਂ ਨਾਲ ਰੇਸਿਜ਼ਮ ਕਰ ਦਿਓ। ਇਹ ਤਾਂ ਸਭ ਤੋਂ ਘਟੀਆ ਗੱਲ ਹੈ, ਜਿਹੜਾ ਕਿ ਸਾਡੇ ਅੰਦਰ ਪੈਦਾ ਹੋ ਰਿਹਾ, ਜਿਹੜਾ ਹੋਰ ਵੀ ਖਤਰਨਾਕ ਹੈ। ਹੁਣ ਜਿਹੜੇ ਦੂਰ ਕੀ ਜਾਣਾ ਗੁਰਿੰਦਰ ਸਿੰਘ ਜੀ, ਹੁਣ ਦੀ ਗੱਲ ਕਰ ਲਓ, ਜਿਹੜੇ ਵਿਦਿਆਰਥੀ ਉੱਥੋਂ ਆਏ ਆ, ਹਾਂਜੀ, ਇਹ ਗੱਲ ਤੈਅ ਹੋ ਚੁੱਕੀ ਹੈ ਕਿ ਜਿਹੜੇ ਵਿਦਿਆਰਥੀ ਉੱਥੋਂ ਆਏ ਉਹ ਇੱਥੋਂ ਦੇ ਅਰਥਚਾਰੇ 'ਚ ਉਹਨਾਂ ਨੇ ਯੋਗਦਾਨ ਪਾਇਆ। ਬਿਲਕੁਲ ਜੀ। ਅੱਜ ਜਦੋਂ ਦਾ ਕੋਵਿਡ-19 ਸੰਕਟ ਪੈਦਾ ਹੋਇਆ, ਹੁਣ ਸਟੂਡੈਂਟਾਂ ਦੀ ਆਵਾਜਾਈ ਬੰਦ ਹੋਈ ਪਈ ਆ। ਤੁਸੀਂ ਖਬਰਾਂ ਚੱਕ ਕੇ ਵੇਖ ਲਓ, ਅਖਬਾਰਾਂ ਫਰੋਲ ਕੇ ਵੇਖ ਲਓ, ਆ ਪਿਛਲੇ ਕੁਝ ਦਿਨਾਂ ਦੀਆਂ ਅਨੇਕਾਂ ਹੀ ਸਕੂਲ ਡਿਸਟ੍ਰਿਕਟ ਜਿਹੜੇ ਕਹਿ ਰਹੇ ਨੇ ਕਿ ਸਾਡੀ ਆਮਦਨ ਘਟ ਗਈ ਹੈ। ਹਾਂਜੀ, ਵਿਦੇਸ਼ੀ ਸਟੂਡੈਂਟ ਆਣੇ ਬੰਦ ਹੋ ਗਏ, ਅਸੀਂ ਤਾਂ ਬਿਲਕੁਲ ਹੀ ਕੰਗਾਲ ਹੋ ਗਏ। ਕਈ ਥਾਵਾਂ 'ਤੇ ਟੀਚਰਾਂ ਦੀ ਛਾਂਟੀ ਹੋਈ ਇਸ ਚੱਕਰ 'ਚ। ਹੁਣ ਕੌਣ ਭਰਪਾਈ ਕਰੂਗਾ? ਇਹ ਕਰਨਗੇ ਜਿਹੜੇ ਟੀਚਰਾਂ ਕਰਦੇ ਸੀ ਕਿ ਬਾਹਰੋਂ ਵਿਦਿਆਰਥੀ ਲੈ ਦੇ ਟਰੂਡੋ ਨੇ ਮੰਜੇ ਡਾਹ ਤੇ ਇੱਥੇ। ਦੇਖੋ ਹੁਣ ਜਵਾਬ ਦੇਣਗੇ ਇਸ ਗੱਲ ਦਾ। ਤੁਹਾਡੀ ਆਰਥਿਕਤਾ ਨੂੰ ਸੱਟ ਵੱਜੀ ਆ। ਹੁਣ ਜਦੋਂ ਇਹ ਵਿਦਿਆਰਥੀ ਆ ਰਹੇ ਸੀ, ਤੁਹਾਡੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੇ ਸੀ, ਤੁਹਾਨੂੰ ਕਿਰਾਏ ਦੇ ਰਹੇ ਸੀਗੇ, ਕਿਰਾਏ ਇਹਨਾਂ ਕਰਕੇ ਵਧੇ ਵੀ, ਕਾਰਾਂ ਤੁਹਾਡੀਆਂ ਖਰੀਦ ਰਹੇ ਆ, ਰੈਸਟੋਰੈਂਟਾਂ 'ਚ ਤੁਹਾਡੇ ਖਾਣਾ ਖਾ ਰਹੇ ਆ, ਤੇ ਤੁਹਾਡਾ ਢਿੱਡ ਦੁਖਦਾ ਸੀਗਾ। ਇਸ ਤੋਂ ਵੱਡੀ ਘਟੀਆ ਗੱਲ ਕੀ ਹੋ ਗਈ? ਜੋ ਵਸ ਵੀ ਜਾਣਗੇ ਇੱਥੇ, ਤੁਹਾਨੂੰ ਕੀ ਕਹਿੰਦੇ ਦੱਸੋ? ਮਤਲਬ ਇਸ ਤਰ੍ਹਾਂ ਦੀ ਜ਼ਹਿਨੀਅਤ ਲੋਕਾਂ ਦੀ ਬਣੀ ਹੋਈ ਹੈ। ਔਰ ਇਕੱਲਾ ਇਹ ਨਹੀਂ, ਜਿਹੜੇ ਵੱਖਰੇ ਵੱਖਰੇ ਭਾਈਚਾਰਿਆਂ ਦੇ ਵਿੱਚ ਵੀ ਜਿਹੜੇ ਵਖਰੇਵੇਂ ਨੇ। ਹਾਂਜੀ, ਅਜੇ ਤੱਕ ਦੇਖੋ ਮੇਵਾ ਸਿੰਘ ਹੁਣੀ ਇਸ ਗੱਲੋਂ ਜਦੋਂ ਫਾਂਸੀ ਚੜ੍ਹੇ ਆ, ਉਹਨਾਂ ਦਾ ਵੀ ਰੋਸਾ ਸੀਗਾ, ਭਾਗ ਸਿੰਘ ਦਾ ਵੀ ਸੀਗਾ ਕਿ ਜਿਹੜੇ ਸਾਡੇ ਭਾਈਚਾਰੇ 'ਚ ਵੰਡੀਆਂ ਪਈਆਂ ਹੋਈਆਂ, ਮੋਨੇ ਸਿੱਖਾਂ ਦੀਆਂ, ਦਸਤਾਰ ਸਿੱਖਾਂ ਦੀਆਂ ਜਾਂ ਮਾਲਵੇ ਮਾਝੇ ਦੀਆਂ, ਇਹ ਦੂਰ ਕੀਤੀਆਂ ਜਾਣ। ਉਹ ਦੂਰ ਹੋ ਗਈਆਂ, ਉਹ ਵੀ ਉੱਦਾਂ ਦੀ ਉੱਦਾਂ ਖੜੀਆਂ ਨੇ। ਕੋਈ ਉਸ 'ਤੇ ਡਿਸਕਸ਼ਨ ਓਨੈਸਟ ਨਹੀਂ ਹੋ ਰਹੀ ਜੀ। ਅਕਾਲ ਤਖਤ ਦਾ ਹੁਕਮਨਾਮਾ ਆਇਆ, ਅਜੇ ਤੱਕ ਕਮਿਊਨਿਟੀ 'ਚ ਦੁਫਾੜ ਪਿਆ ਹੋਇਆ, ਕੋਈ ਸੰਵਾਦ ਨਾਂ ਦੀ ਗੱਲ ਹੀ ਹੈ ਨਹੀਂ। ਔਰ ਜਿਹੜੀ ਲੈਂਬਰ ਸਿੰਘ ਦੀ ਮਿਸਾਲ, ਜਦੋਂ ਅਸੀਂ ਦੋਨੇ ਉਸ ਲੜਾਈ ਵਿੱਚ ਸ਼ਾਮਲ ਸੀਗੇ, ਤੁਹਾਨੂੰ ਯਾਦ ਹੈ ਕਿ ਲੈਂਬਰ ਸਿੰਘ ਦੇ ਮਸਲੇ 'ਚ ਸਾਨੂੰ ਕਿਸ ਤਰ੍ਹਾਂ ਦੀਆਂ ਔਖਾਈਆਂ ਵੇਖੀਆਂ। ਜਿਹੜੇ ਸੋ ਕਾਲਡ ਮੋਡਰੇਟ ਨੇ ਕਮਿਊਨਿਟੀ ਦੇ, ਜਿਹੜੇ ਘੜਮ ਚੌਧਰੀ, ਉਹ ਲੈਂਬਰ ਸਿੰਘ ਦੇ ਖਿਲਾਫ ਕਿਵੇਂ ਜ਼ਹਿਰ ਉਗਲਦੇ ਸੀਗੇ। ਜਿਹੜਾ ਕਿ ਰਿਫਿਊਜੀ ਇੱਥੇ ਰਹਿਣਾ ਚਾਹੁੰਦਾ ਸੀਗਾ, ਅਪਾਹਜ ਵਿਅਕਤੀ, ਉਹਦੇ ਨਾਲ ਕੋਈ ਦਇਆ ਭਾਵ ਨਹੀਂ, ਕੋਈ ਕਿਸੇ ਕਿਸਮ ਦੀ ਹਮਦਰਦੀ ਨਹੀਂ, ਧੱਕੇ ਦੇ ਕੇ ਤੋਂ ਕੱਢਣ ਤੁਲੇ ਹੋਏ ਸੀ। ਅਖੀਰ ਉਹ ਦੁਖੀ ਹੋ ਕੇ ਚਲਾ ਹੀ ਗਿਆ ਇੱਥੋਂ। ਕਿਹੜੀ ਕਿਹੜੀ ਮਿਸਾਲ ਆਪਾਂ ਦਈਏ ਜੀ। ਸੋ ਇਹ ਅਸੀਂ ਪੈਰ ਪੈਰ 'ਤੇ ਵੇਖ ਰਹੇ ਹਾਂ ਕਿ ਜਿਹੜਾ ਇਸ ਕਿਸਮ ਦਾ ਨਸਲਵਾਦ ਆ, ਜਿਹੜਾ ਸਾਡੇ ਭਾਈਚਾਰੇ ਵਿੱਚ ਘਰ ਕਰ ਗਿਆ ਔਰ ਉਹਨੇ ਸਾਡੇ ਵਿੱਚ ਵੀ ਦਫੇੜ ਪਾਤਾ, ਇਹ ਗੱਲ ਠੀਕ ਨਹੀਂ ਹੈ। ਇਹ ਉਲਟਾ ਸਥਾਪਿਤ ਹੱਕ 'ਚ ਗੱਲ ਜਾ ਰਹੀ ਹੈ। ਬਿਲਕੁਲ ਸਹੀ ਹੈ। ਸੋ ਜੇ ਟਰੂਡੋ ਹੁਣੀ ਕਹਿ ਰਹੇ ਸੀਗੇ ਕਿ ਬੱਚੇ ਬਾਹਰੋਂ ਆ ਕੇ ਯੋਗਦਾਨ ਪਾ ਰਹੇ ਨੇ, ਔਰ ਵਪਾਰੀ ਕਹਿ ਰਹੇ ਕਿ ਯੋਗਦਾਨ ਪੈ ਰਿਹਾ, ਤੇ ਇਸ ਦੇ ਖਿਲਾਫ ਜਿਹੜੀ ਹੁਣ ਤੱਕ ਬਿਆਨਬਾਜ਼ੀਆਂ ਆਈਆਂ ਨੇ, ਅੱਜ ਉਹ ਸੋਚਣ ਠੰਡੇ ਦਿਮਾਗ ਨਾਲ ਕਿ ਹੁਣ ਜਿਹੜੀ ਆਰਥਿਕਤਾ ਥੱਲੇ ਨੂੰ ਗਈ ਹੈ ਕੋਵਿਡ-19 ਤੋਂ ਬਾਅਦ, ਸਕੂਲਾਂ 'ਚ ਟੀਚਰਾਂ ਦੀ ਛਾਂਟੀਆਂ ਹੋਈਆਂ ਨੇ, ਤੁਸੀਂ ਇਸ ਬਾਰੇ ਸੋਚੋ ਕਿ ਤੁਹਾਡਾ ਨਜ਼ਰੀਆ ਠੀਕ ਸੀਗਾ ਜਾਂ ਟਰੂਡੋ ਦਾ ਨਜ਼ਰੀਆ ਠੀਕ ਸੀ ਕਿ ਉਹਨਾਂ ਨੂੰ ਸਟੂਡੈਂਟਾਂ ਨੂੰ ਇੱਥੇ ਲਿਆ ਕੇ ਤੇ ਆਰਥਿਕਤਾ ਨੂੰ ਵੀ ਮਜ਼ਬੂਤ ਕੀਤਾ ਜਾਵੇ ਤੇ ਨਵੀਂ ਜਨਰੇਸ਼ਨ ਨੂੰ ਮੌਕਾ ਦਿੱਤਾ ਜਾਵੇ। ਦੇਖੋ, ਇਹ ਸਾਰੀਆਂ ਜਿਹੜੀਆਂ ਗੱਲਾਂ ਜਦੋਂ ਅਸੀਂ ਅੱਜ ਕੈਨੇਡਾ ਡੇ 'ਤੇ ਡਿਸਕਸ ਕਰ ਰਹੇ ਹਾਂ, ਸਾਡੇ ਲੋਕਾਂ ਨੂੰ ਥੋੜ੍ਹਾ ਜਿਹਾ ਪਤਾ ਵੀ ਹੋਣਾ ਚਾਹੀਦਾ, ਸਿੱਖਣਾ ਵੀ ਚਾਹੀਦਾ ਕਿ ਕਿੰਨੀਆਂ ਇਹ ਗਲਤੀਆਂ ਅਸੀਂ ਅਚੇਤ ਪੱਧਰ 'ਤੇ ਬਹੁਤ ਕਰਦੇ ਹਾਂ। ਕਈ ਵਾਰੀ ਗੰਭੀਰਤਾ ਨਾਲ ਨਹੀਂ ਲੈਂਦੇ, ਕਈ ਵਾਰੀ ਜਾਣਬੁੱਝ ਕੇ ਕਰਦੇ ਹਾਂ, ਕਈ ਵਾਰੀ ਸਾਨੂੰ ਗਿਆਨ ਹੀ ਨਹੀਂ ਹੁੰਦਾ। ਹੁਣ ਜਿਹੜੇ ਇੱਕ ਵਾਰ ਪਹਿਲਾਂ ਆ ਕੇ ਜਿਨ੍ਹਾਂ ਨੇ ਸਟਰਗਲ ਕੀਤਾ, ਉਹਨਾਂ ਨੇ ਬਹੁਤ ਦੇਣ ਦਿੱਤੀ, ਉਹ ਤਾਂ ਇੱਥੋਂ ਵੀ ਮੁੜ ਗਏ, ਉਹ ਤਾਂ ਜਾ ਕੇ ਸ਼ਹੀਦ ਹੋ ਗਏ, ਆਪਣੀਆਂ ਜਾਨਾਂ ਵੀ ਦੇ ਦਿੱਤੀਆਂ, ਜ਼ਮੀਨਾਂ ਜਾਇਦਾਦਾਂ ਵੀ ਨਹੀਂ ਬਣਾਈਆਂ। ਪਰ ਇੱਕ ਵਰਗ ਇਹ ਸੀ ਕਿ ਉਹਨਾਂ ਨੇ ਇੱਥੇ ਰਹਿ ਕੇ ਸਟਰਗਲ ਕੀਤਾ, ਇੱਥੇ ਸਟੈਬਲਿਸ਼ ਹੋ ਗਏ। ਉਹਨਾਂ ਤੋਂ ਬਾਅਦ ਉਹਨਾਂ ਦੀਆਂ ਜਨਰੇਸ਼ਨ ਜਾਂ ਉਹਨਾਂ ਦੇ ਨਾਲ ਜੁੜਦੇ ਲੋਕ
ਨਵਿਆਂ ਪ੍ਰਤੀ ਕੀ ਸੋਚਦੇ ਨੇ। ਇਹ ਘਟਨਾ ਸਾਡੇ ਇੱਕ ਪਰਮ ਮਿੱਤਰ ਨੇ, ਉਹਨਾਂ ਨੇ ਹਰੀ ਸਿੰਘ ਟਵਾਲ ਸ਼ਖਸੀਅਤ ਬੜੇ ਸਤਿਕਾਰਤ, ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਆਏ, ਅਸੀਂ ਆ ਕੇ ਮਾਹੌਲ ਦੇਖਿਆ ਤੇ ਇੱਕ ਘਟਨਾ ਕੁਝ ਐਸੀ ਉਹਨਾਂ ਨੇ ਤੱਕੀ ਜੋ ਸਾਂਝੀ ਕੀਤੀ। ਕਹਿੰਦੇ ਕਿਤੇ ਬੈਠੇ ਸੀ ਤੇ ਜਿਹੜੇ ਉੱਥੇ ਪਹਿਲਾਂ ਆਏ ਹੋਏ ਸੀ ਉਹਨਾਂ ਨੂੰ ਹਾਲਾਂਕਿ ਅੰਗਰੇਜ਼ੀ ਵੀ ਪ੍ਰੋਪਰ ਨਹੀਂ ਸੀ ਆਉਂਦੀ, ਬਟ ਉਹਨਾਂ ਨੇ ਸਮਝ ਲਿਆ ਕਿ ਅਸੀਂ ਕੈਨੇਡੀਅਨ ਜਿਹੜੇ ਪਿਛੋਕੜ ਵਾਲੇ ਹਾਂ ਤੇ ਆਹ ਜਿਹੜੇ ਹੈ ਇਹਨਾਂ ਦਾ ਪੰਜਾਬੀ ਪਿਛੋਕੜ ਆ, ਸਾਡੇ ਬਰਾਬਰ ਨਹੀਂ, ਤੇ ਇਹ ਸਾਡੇ ਤੇ ਬੋਝ ਬਣ ਰਹੇ ਨੇ, ਇਹ ਕਿਉਂ ਆ ਰਹੇ ਨੇ, ਇਹ ਘੱਟ ਆਉਣ। ਕਹਿੰਦੇ ਉਹ ਕਹਿਣ ਲੱਗੇ ਕਿ ਆ ਇੱਥਾ ਨਹੀਂ, ਇਸ ਤਰ੍ਹਾਂ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ। ਬਹੁਤ ਚੰਗੀ ਗੱਲ ਸੀ। ਫਿਰ ਉਹਨੇ ਸ਼ੁਰੂ ਕੀਤਾ ਅਸਲੀ ਰੰਗ। ਅਸਲੀ ਰੰਗ ਕੋਈ ਫੋਨ ਆਇਆ ਕਿਸੇ ਨੂੰ, ਫੋਨ ਉਹ ਇਸਤਰੀ ਜਿਹੜੀ ਹੈ ਕਹਿ ਰਹੀ ਹੈ, ਕਹਿੰਦੀ ਕਿਵੇਂ ਆ, ਕਹਿੰਦੀ ਸਾਡੇ ਵੀ ਇੱਕ ਹੋਰ ਪਟਿੱਟਰ ਆਇਆ ਬੈਠਾ, ਵਿਜ਼ਟਰ ਕਹਿਣਾ ਨਹੀਂ ਸੀ ਆਉਂਦਾ ਕਿਉਂਕਿ ਪੁਰਾਣੇ ਆਏ ਸੀ, ਤੇ ਉਹ ਕਹਿੰਦੇ ਵੀ ਸਾਡੇ ਵੀ ਇਹ ਅਸੀਂ ਵਿਜ਼ਟਰ ਕਹਿੰਦਾ ਆਏ ਸੀ। ਅਸੀਂ ਆਖਿਆ ਵੀ ਅਸੀਂ ਕਿੱਥੇ ਬੈਠੇ ਹਾਂ, ਤੇ ਬਾਹਰ ਜਦੋਂ ਅਸੀਂ ਕਿਤੇ ਮਹਿਫਿਲ 'ਚ ਗਏ, ਉਹ ਕਹਿੰਦੇ ਗੱਲ ਇਹ ਆ ਕਿ ਇਹ ਜਿਹੜੇ ਪਹਿਲਾਂ ਵਾਲੇ ਆਏ ਆ ਇਹਨਾਂ ਨੇ ਤੁਹਾਨੂੰ ਇੰਨਾ ਸੌਖਾ ਨਹੀਂ ਸਹਿਮਤੀ ਦੇਣੀ, ਇਹਨਾਂ ਨੇ ਤੁਹਾਡੇ ਨਾਲ ਰੇਸਿਜ਼ਮ ਵੀ ਕਰਨਾ, ਤੁਹਾਨੂੰ ਟੀਚਰਾਂ ਵੀ ਕਰਨੀਆਂ, ਤੁਹਾਡੀ ਬੋਲੀ ਤੇ ਵੀ ਕਰਨੀ, ਇਹਨਾਂ ਨੂੰ ਆਉਂਦਾ ਹੋਵੇ ਬੋਲਣਾ ਨਾ ਆਉਂਦਾ ਹੋਵੇ। ਹੁਣ ਸਟੂਡੈਂਟ ਦੇ ਪ੍ਰਸੰਗ 'ਚ ਤਾਂ ਗੱਲ ਕਰ ਰਹੇ ਹਾਂ ਕਿ ਪੜ੍ਹੇ ਲਿਖੇ ਚੰਗੇ ਸਟੂਡੈਂਟ ਜਦੋਂ ਆਉਂਦੇ ਆ, ਜੋ ਇੱਥੇ ਆਰਥਿਕਤਾ 'ਚ ਵਾਧਾ ਕਰਦੇ ਆ, ਉਹਨਾਂ ਲੋਕਾਂ ਦੀ ਬੋਲਚਾਲ ਸ਼ੈਲੀ ਵਧੀਆ। ਹਾਲਾਂਕਿ ਸਾਨੂੰ ਇਸ ਗੱਲ ਦੀ ਸ਼ਰਮ ਵੀ ਹੈ ਕਿ ਉਹਨਾਂ 'ਚੋਂ ਇੱਕ ਮੱਛੀ ਤਲਾਅ ਨੂੰ ਗੰਦਾ ਕਰ ਦਿੰਦੀ ਹੈ ਕਈ ਵਾਰ। ਕੁਝ ਇੱਕ ਦੀਆਂ ਹਰਕਤਾਂ ਅਤ ਨਿੰਦਣਯੋਗ ਵੀ ਨੇ, ਜਿਹੜੇ ਕਿ ਬੇਸਮੈਂਟਾਂ 'ਚ ਕਈ ਥਾਂ ਘਟਨਾ ਵਾਪਰਦੀਆਂ, ਉੱਥੇ ਹੱਦੋਂ ਵੱਧ ਮਾਹੌਲ ਖਰਾਬ ਕਰ ਦੇਣਾ। ਆ ਕੁਝ ਘਟਨਾਵਾਂ ਐਸੀਆਂ ਕਿ ਗੱਡੀਆਂ ਦੇ ਸ਼ਿਕਾਟ ਪਾ ਪਾ ਕੇ ਕਿਸ ਕਿਸਮ ਦਾ ਜਿਹੜਾ ਹੈ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦੇਣਾ ਜੋ ਕਿ ਮੰਦਭਾਗਾ ਹੈ। ਪਰ ਉਹਨਾਂ ਦੀ ਇਵਜ਼ ਦੇ ਵਿੱਚ ਸੈਂਕੜੇ ਹਜ਼ਾਰਾਂ ਉਹ ਵੀ ਨੇ ਜਿਹੜੇ ਸ਼ਾਨਦਾਰ ਜ਼ਿੰਦਗੀ ਦੀ ਭਾਲ 'ਚ ਨੇ ਤੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਕਿ ਅਸੀਂ ਕਿੰਨਾ ਯੋਗਦਾਨ ਪਾਉਣਾ। ਮੈਨੂੰ ਲੱਗਦਾ ਕਿ ਕੈਨੇਡਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਇਹ ਮਲਟੀ ਕਲਚਰਜ਼ਮ ਦਾ ਹੀ ਦੇਸ਼ ਹੈ, ਜਿਹੜਾ ਕਿ ਤਾਂ ਹੀ ਕਾਇਮ ਰਹਿ ਸਕਦਾ ਜੇ ਲੋਕ ਆਉਣ ਇਮੀਗ੍ਰੈਂਟਸ। ਦੇਖੋ ਗੱਲ ਇਸ ਤਰ੍ਹਾਂ, ਜਿਹੜਾ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਕਿ ਜੇ ਹੁਣ ਕੋਵਿਡ-19 ਦੇ ਮੱਦੇਨਜ਼ਰ ਚੀਨੀ ਭਾਈਚਾਰੇ ਦੇ ਲੋਕਾਂ ਦੇ ਖਿਲਾਫ ਨਸਲਵਾਦ ਵਧਿਆ, ਕੀ ਅਸੀਂ ਕੋਵਿਡ-19 ਲਈ ਸਾਰੇ ਏਸ਼ੀਆਈ ਜਾਂ ਚੀਨੀ ਭਾਈਚਾਰੇ ਨੂੰ ਕਸੂਰਵਾਰ ਮੰਨ ਸਕਦੇ ਹਾਂ ਕਿ ਅਸੂਲੀ ਤੌਰ 'ਤੇ ਗੱਲ ਠੀਕ ਹੈ? ਇਸੇ ਤਰੀਕੇ ਨਾਲ ਜੇ ਕੁਝ ਵਿਦਿਆਰਥੀ ਬਾਹਰੋਂ ਆ ਗਏ, ਉਹਨਾਂ ਨੇ ਕੋਈ ਕੁਝ ਹਰਕਤਾਂ ਕੀਤੀਆਂ, ਉਹਦਾ ਮਤਲਬ ਇਹ ਨਹੀਂ ਕਿ ਸਾਰੇ ਵਿਦਿਆਰਥੀ ਹੀ ਉਸ ਤਰੀਕੇ ਮਾੜੇ ਨੇ। ਸਾਡੇ ਆਪਣੇ ਇੱਥੋਂ ਦੇ ਜੰਪਲ ਬੱਚੇ ਕਈ ਵਾਰੀ ਕੁਝ ਹਰਕਤਾਂ ਕਰਦੇ ਆ ਕਿ ਅਸੀਂ ਉਹਦਾ ਇਹ ਅਰਥ ਕੱਢ ਲਈ ਕਿ ਸਾਡੀ ਕਮਿਊਨਿਟੀ 'ਚ ਨੁਕਸ ਹੈ, ਗੋਰਿਆਂ 'ਚ ਕਰਦੇ ਸਾਰੇ ਗੋਰੇ ਇੱਦਾਂ ਦੇ ਹੋ ਗਏ। ਬਿਲਕੁਲ, ਜੇ ਉਹ ਨਹੀਂ ਹੋ ਗਏ ਤਾਂ ਫਿਰ ਇਹ ਕਿਵੇਂ ਹੋ ਗਏ? ਇਹ ਕਾਹਦਾ ਇਨਸਾਫ ਹੋਇਆ? ਮਤਲਬ ਕਿ ਜੇ ਕੋਈ ਚੰਦ ਮੁੱਠੀ ਪਰ ਵਿਦਿਆਰਥੀ ਨੇ ਕੋਈ ਮਾੜੀ ਹਰਕਤ ਕਰਤੀ, ਤੁਸੀਂ ਉਹ ਸਿਰਫ ਖੋਪੇ ਚਾੜ ਲਓ ਕਿ ਸਾਰੇ ਵਿਦਿਆਰਥੀਆਂ ਨੂੰ ਇੱਕੋ ਨਜ਼ਰ ਨਾਲ ਵੇਖੋ। ਮੈਂ ਸਮਝਦਾ ਇਹ ਗੱਲ ਮੁਨਾਸਿਬ ਨਹੀਂ, ਇਹ ਤਾਂ ਵੈਸੇ ਹੀ ਬੇਇਨਸਾਫੀ ਵਾਲੀ ਗੱਲ ਹੈ। ਬਿਲਕੁਲ। ਔਰ ਸਾਨੂੰ ਤਾਂ ਇਸ ਗੱਲ ਸੁਚੇਤ ਹੋਣਾ ਚਾਹੀਦਾ ਕਿ ਅਸੀਂ ਆਪ ਇਸ ਤਰ੍ਹਾਂ ਦਾ ਮਾਹੌਲ ਹਟਾ ਚੁੱਕੇ ਹਾਂ ਕਿ ਭਾਰਤ 'ਚ ਸਾਡੇ ਭਾਈਚਾਰੇ ਦੇ ਕੁਝ ਲੋਕ ਜੇ ਕਿਸੇ ਖਾਸ ਐਕਟੀਵਿਟੀ 'ਚ ਸ਼ਾਮਲ ਸੀਗੇ, ਸਾਰਿਆਂ ਨੂੰ ਖਾਲਿਸਤਾਨੀ ਮੰਨ ਲਿਆ ਗਿਆ ਜਾਂ ਮੰਨ ਲਿਆ ਗਿਆ, ਜਾਂ 84 ਵੇਲੇ ਜੋ ਹੋਇਆ, ਸਾਨੂੰ ਤਾਂ ਸਗੋਂ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਕਿ ਇਹ ਨਹੀਂ ਕਿ ਜੇ ਕੋਈ ਕਰੇ ਕੋਈ ਤੇ ਭਰੇ ਕੋਈ। ਇਹ ਦਸਤੂਰ ਹੀ ਗਲਤ ਆ ਉਹਦਾ। ਸਾਨੂੰ ਇਸ ਤੋਂ ਉੱਪਰ ਉੱਠਣ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਵੇਲੇ, ਔਰ ਇਸ ਦੇ ਬਾਰੇ ਮੈਨੂੰ ਲੱਗਦਾ ਕਿ ਸ਼ਾਇਦ ਲੋਕੀ ਗੌਰ ਵੀ ਕਰਨ। ਕੈਨੇਡਾ ਡੇ ਤੋਂ ਵਧੀਆ ਮੌਕਾ ਕਿਹੜਾ ਹੋ ਸਕਦਾ? ਸੋ ਇਸ ਮੌਕੇ 'ਤੇ ਵਿਚਾਰ ਕੀਤਾ ਜਾਵੇ ਕਿ ਕੈਨੇਡੀਅਨ ਬਣਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਮਗਰੋਂ ਆਏ ਆ ਉਹਨਾਂ ਦਾ ਟੀਚਰਾਂ ਕਰੋ। ਇੱਥੋਂ ਤੱਕ ਕਿ ਗੁਰਵਿੰਦਰ ਸਿੰਘ ਜੀ, ਜਿਹੜੇ ਨਵੇਂ ਬੱਚੇ ਆਉਂਦੇ ਸਕੂਲਾਂ ਵਿੱਚ, ਉਹਨਾਂ ਨਾਲ ਬੁਲਿੰਗ ਹੁੰਦੀ ਹੈ ਆਪਣੇ ਹੀ ਪੁਰਾਣੇ ਬੱਚਿਆਂ ਵੱਲੋਂ ਵੀ, ਉਹਨਾਂ ਨੂੰ ਡਿੱਪਰ ਕਰਕੇ ਵੀ ਛੇੜਦੇ ਆ। ਹਾਂ ਬਿਲਕੁਲ। ਸੋ ਇੱਦਾਂ ਦੀਆਂ ਗੱਲਾਂ ਵੀ ਬਹੁਤ ਹੋਈਆਂ। ਬਿਲਕੁਲ ਸਹੀ ਹੈ। ਸਕੂਲਾਂ 'ਚ ਬਹੁਤ ਜ਼ਿਆਦਾ ਦੇਖਣ ਨੂੰ ਬੱਚੇ ਆ ਕੇ ਦੱਸਦੇ ਨੇ, ਬਹੁਤ ਸਾਰੇ ਬੱਚੇ ਮਾਪਿਆਂ ਨੂੰ ਦੱਸਦੇ ਨੇ ਕਿ ਕੋਈ ਗੋਰਾ ਉਹਨਾਂ ਨਾਲ ਨਹੀਂ ਕਰ ਰਿਹਾ। ਕਮਾਲ ਦੀ ਗੱਲ ਹੈ, ਕੋਈ ਫਰੈਂਡਸ ਨਹੀਂ ਕਰ ਰਿਹਾ। ਸਾਡੇ ਆਪਣੇ ਹੀ ਜਿਹੜੇ ਪਹਿਲਾਂ ਦੇ ਆਏ ਜਾਂ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਰਿਵਰਸ ਰੇਸਿਜ਼ਮ ਹੈ, ਇਹ ਗੱਲਾਂ ਹੁੰਦੀਆਂ। ਸੋ ਇਹ ਗੱਲ ਜਿੱਥੇ ਤੁਸੀਂ ਦੱਸਿਆ ਉੱਥੇ ਮੈਂ ਇਹ ਗੱਲ ਹੋਰ ਸੋਚਦਾ ਸੀ ਕਿ ਸਾਨੂੰ ਉਸ ਮੁਲਕ ਦੀ ਜਿਹੜੀ ਹੈ ਜੀਓਗ੍ਰਾਫੀ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਸਾਡੇ ਚਾਰਟਰ ਆਫ ਰਾਈਟਸ ਕੀ ਨੇ, ਜ਼ਿੰਮੇਵਾਰੀਆਂ ਕੀ ਨੇ। ਜਿਹੜਾ ਚਾਰਟਰ ਆਫ ਰਾਈਟਸ ਲਿਆਂਦਾ ਗਿਆ ਕੈਨੇਡਾ ਦੇ ਇਤਿਹਾਸ ਨੂੰ, ਜਿਸ ਨੇ ਬਦਲਿਆ, ਇੱਕ ਬਹੁਤ ਵੱਡੀ ਤਬਦੀਲੀ ਸੀ। ਥੋੜ੍ਹਾ ਉਸ 'ਤੇ ਰੌਸ਼ਨੀ ਪਾਓ। ਦੇਖੋ, ਪੀਅਰ ਟਰੂਡੋ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਦੇ ਪਿਤਾ ਜੀ ਨੇ, ਉਹਨਾਂ ਦੇ ਬਦੌਲਤ ਚਾਰਟਰ ਇੱਥੇ ਆਇਆ। ਚਾਰਟਰ ਇੱਥੋਂ ਦੇ ਲੋਕਾਂ ਨੂੰ ਬਹੁਤ ਹੱਕ ਦਵਾਉਂਦਾ, ਘੱਟ ਗਿਣਤੀਆਂ ਨੂੰ, ਔਰਤਾਂ ਨੂੰ ਬਰਾਬਰਤਾ ਦੇ ਹੱਕ। ਅੱਜ ਜਿਹੜੇ ਹੱਕ ਅਸੀਂ ਮੰਨ ਰਹੇ ਹਾਂ ਇੱਥੇ, ਉਹ ਚਾਰਟਰ ਦੀ ਬਦੌਲਤ ਹੈ। ਸੋ ਚਾਰਟਰ ਦੇ ਉੱਤੇ ਸਾਨੂੰ ਮਾਣ ਹੋਣਾ ਚਾਹੀਦਾ। ਚਾਰਟਰ ਦੀ ਜਿਹੜਾ ਰਾਖੀ ਵੀ ਬਹੁਤ ਜ਼ਰੂਰੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੁਸੀਂ ਜਿਵੇਂ ਬਾਰ-ਬਾਰ ਜ਼ਿਕਰ ਕੀਤਾ ਗਦਰੀਆਂ ਦਾ, ਬਾਕੀਆਂ ਦਾ, ਉਹ ਬਹੁਤ ਜ਼ਰੂਰੀ ਹੈ। ਉਹਦੇ 'ਚ ਮੈਂ ਇੱਕੋ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਗਦਰੀਆਂ ਨੇ ਲੜਾਈਆਂ ਲੜੀਆਂ, ਮੇਰਾ ਯਕੀਨ ਹੈ ਜੇ ਅੱਜ ਵੀ ਸਾਡੇ ਵਿੱਚ ਹੁੰਦੇ ਤੇ ਉਹਨਾਂ ਨੇ ਅੱਜ ਵੀ ਲੜਾਈਆਂ ਲੜਨੀਆਂ ਸੀਗੀਆਂ, ਕਿਉਂਕਿ ਸਿਸਟਮ ਕਦੇ ਵੀ ਪਰਫੈਕਟ ਨਹੀਂ ਹੁੰਦਾ। ਇਹ ਨਹੀਂ ਕਿ ਇੱਕ ਪੜਾਅ ਆ ਗਿਆ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਵਿਹਲੇ ਹੋ ਕੇ ਘਰ ਬਹਿ ਜਾਓ। ਭਾਰਤ 'ਚ ਵੀ ਜਦੋਂ ਆਜ਼ਾਦੀ ਆਈ ਆ, ਜਾਂ ਇਹ ਕਹੋ ਕਿ ਪਾਵਰ ਟਰਾਂਸਫਰ ਹੋਈ ਆ,
ਸੱਤਾ ਦੀ ਤਬਦੀਲੀ ਹੋਈ ਆ, ਉਸ ਤੋਂ ਬਾਅਦ ਵੀ ਸਾਡੇ ਗਦਰੀ ਬਾਬੇ ਟਿੱਕੇ ਨਹੀਂ ਬੈਠੇ। ਹਾਂਜੀ। ਸੋਹਣ ਸਿੰਘ ਭਗਨਾ ਨੂੰ ਜੇਲ੍ਹ ਜਾਣਾ ਪਿਆ ਆਜ਼ਾਦ ਮੁਲਕ ਦੇ ਵਿੱਚ, ਬਾਬਾ ਬੂਜਾ ਸਿੰਘ ਨੂੰ ਮੁਕਾਬਲਾ ਬਣਾ ਦਿੱਤਾ ਗਿਆ। ਸੋ ਇੱਥੇ ਵੀ ਜੋ ਹੁੰਦੇ ਉਹ ਲੜਾਈ ਲੜਦੇ ਪੈਰ ਪੈਰ ਤੇ। ਜੇ ਉਦੋਂ ਵੋਟ ਪਾਉਣ ਦਾ ਹੱਕ ਦੇਣ ਦੀ ਲੜਾਈ ਲੜੀ ਸੀ ਉਹਨਾਂ ਨੇ, ਤੇ ਅੱਜ ਸ਼ਾਇਦ ਵੋਟ ਪਾਉਣ ਦੀ ਪ੍ਰਣਾਲੀ ਸੁਧਾਰ ਲਈ ਲੜਾਈ ਲੜਦੇ ਕਿ ਸਾਡੇ ਕੋਲ ਭਾਰਤ ਵਾਂਗੂ ਨੋਟਾ ਵਰਗਾ ਕੋਈ ਪ੍ਰੋਵੀਜ਼ਨ ਹੋਵੇ। ਹਾਂਜੀ, ਕਿ ਅਸੀਂ ਸਾਰੇ ਕੈਂਡੀਡੇਟਸ ਤੋਂ ਪਾਰਟੀ ਨੂੰ ਨਕਾਰ ਦਈਏ ਜੇ ਸਾਨੂੰ ਕੋਈ ਚੰਗਾ ਨਹੀਂ ਲੱਗਦਾ। ਬਿਲਕੁਲ ਮਤਲਬ ਕੁਛ ਨਾ ਕੁਛ ਉਹ ਕਰਦੇ, ਨਵਾਂ ਕਰਦੇ, ਕਿ ਕੋਈ ਵੀ ਜਿਹੜਾ ਮੌਜੂਦਾ ਜਿਹੜਾ ਜਿੱਥੇ ਪਹੁੰਚੇ ਆ ਉਸ ਪੜਾਅ ਨਾਲ ਸਿਰਫ ਸੰਤੁਸ਼ਟ ਹੋ ਕੇ ਘਰ ਬਹਿ ਜਾਣਾ, ਇਹ ਐਕਟਿਵਿਸਟਾਂ ਦਾ ਕੰਮ ਨਹੀਂਗਾ। ਸੋ ਜਿਹੜੀਆਂ ਹੁਣ ਵੀ ਘਾਟਾਂ ਨੇ ਉਹ ਦੂਰ ਕਰਨੀਆਂ ਜ਼ਰੂਰੀ ਨੇ। ਮੂਲ ਵਾਸੀਆਂ ਦੀ ਲੜਾਈਆਂ ਚੱਲ ਰਹੀਆਂ ਨੇ, ਨਾਲ ਮੋਢੇ ਨਾਲ ਮੋਢਾ ਲਾਓ। ਨਸਲਵਾਦ ਅੱਜ ਵੀ ਸਿਰ ਚੜ੍ਹ ਕੇ ਬੋਲ ਰਿਹਾ, ਉਸ ਦੇ ਖਿਲਾਫ ਡਟੋ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਉਹ ਵੀ ਉਸ ਪਾਸੇ ਧਿਆਨ ਦੇਣਾ ਚਾਹੀਦਾ। ਚਾਰਟਰ ਆਫ ਰਾਈਟਸ ਬਹੁਤ ਵਧੀਆ ਚੀਜ਼ ਹੈ ਜਿਸ ਦੇ ਤਹਿਤ ਸਾਨੂੰ ਹੱਕ ਮਿਲੇ ਹੋਏ ਆ, ਪਰ ਚਾਰਟਰ ਆਫ ਰਾਈਟਸ ਨੂੰ ਅੱਜ ਚੁਣੌਤੀਆਂ ਵੀ ਮਿਲ ਰਹੀਆਂ। ਹਾਂਜੀ, ਜੇ ਪਿੱਛੇ ਜੋ ਟੋਰੀ ਸਰਕਾਰ ਆਈ, ਉਹਨਾਂ ਨੇ ਚਾਰਟਰ ਦਾ ਜਿਹੜਾ ਖਾਸ ਦਿਹਾੜਾ ਹੁੰਦਾ ਉਹ ਮਨਾਉਣਾ ਬੰਦ ਕਰ ਦਿੱਤਾ ਸੀਗਾ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਐਲਰਜੀ ਹੈ ਕਿ ਪੀਏ ਟੂਡੋ ਦੀ ਇਹ ਲੈਗੇਸੀ ਹੈ, ਉਹਨਾਂ ਦੀ ਵਿਰਾਸਤ ਹੈ, ਅਸੀਂ ਕਿਉਂ ਸੈਲੀਬ੍ਰੇਟ ਕਰੀਏ, ਜਿਹੜੀ ਅੱਤ ਘਿਨਾਉਣੀ ਸੋਚ ਸੀ ਉਹਨਾਂ ਦੀ। ਸੋ ਚਾਰਟਰ ਆਫ ਰਾਈਟਸ ਦੇ ਉੱਤੇ ਸਾਨੂੰ ਮਾਣ ਹੋਣਾ ਚਾਹੀਦਾ, ਪਰ ਚਾਰਟਰ ਆਫ ਰਾਈਟਸ ਦੇ ਅਨੁਕੂਲ ਸਾਰਾ ਕੁਝ ਹੋ ਰਿਹਾ ਹੈ ਨਹੀਂ ਹੋ ਰਿਹਾ, ਇਸ 'ਤੇ ਸਾਨੂੰ ਥੋੜ੍ਹੀ ਜਿਹੀ ਬਾਜ਼ ਰੱਖਣੀ ਪਏਗੀ। ਹੁਣ ਜਿਵੇਂ ਮੂਲ ਵਾਸੀਆਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਜੀ, ਹੁਣ ਜਿਹੜੀ BC ਦੀ ਸਰਕਾਰ ਨੇ ਪਿੱਛੇ ਇੱਕ ਅੰਤਰਰਾਸ਼ਟਰੀ ਜਿਹੜਾ ਸਮਝੌਤਾ ਜਾਂ ਐਲਾਨਨਾਮਾ ਲਾਗੂ ਕਰਨ ਦੀ ਗੱਲ ਕੀਤੀ, ਉਹਦੇ ਵਿੱਚ ਇਹ ਕਿ ਮੂਲ ਵਾਸੀਆਂ ਨਾਲ ਸਲਾਹ ਮਸ਼ਵਰਾ ਕਰਨਾ ਬਹੁਤ ਜ਼ਰੂਰੀ ਹੈ, ਵੱਡੇ ਫੈਸਲੇ ਲੈਣ ਲੱਗਿਆ। ਹੁਣ ਆ ਜਿਹੜਾ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਹੁਣ ਸਾਰਾ ਕੁਝ ਖੋਲ੍ਹ ਰਹੇ ਹਾਂ ਕੋਵਿਡ-19 ਦੇ ਮੱਦੇਨਜ਼ਰ, ਗੈਰ ਜ਼ਰੂਰੀ ਸੈਰ ਸਪਾਟਾ ਵੀ ਹੁਣ ਖੋਲ੍ਹਿਆ ਗਿਆ। ਮੂਲ ਵਾਸੀ ਫਿਰਕੇ ਨੇ ਇਤਰਾਜ਼ ਕੀਤਾ ਕਿ ਸਾਨੂੰ ਪੁੱਛਿਆ ਵੀ ਹੈ ਨਹੀਂਗਾ, ਸਾਡੇ ਦੂਰ ਦਰਾੜੇ ਇਲਾਕੇ ਵਿੱਚ ਜੇ ਲੋਕ ਬਾਹਰੋਂ ਆਉਣਗੇ ਬਿਮਾਰੀ ਫੈਲ ਸਕਦੀ ਹੈ, ਸਾਡਾ ਲੰਮਾ ਚੌੜਾ ਇਤਿਹਾਸ ਰਿਹਾ ਬਿਮਾਰੀਆਂ ਦਾ। ਸੋ ਫਾਇਦਾ ਕੀ, ਤੁਸੀਂ ਅੰਡਰਿਪ ਦੀ ਗੱਲ ਤਾਂ ਕਰਦੇ ਹੋ, ਡਫਲੀ ਵਜਾ ਰਹੇ ਹੋ ਉਸ ਚੀਜ਼ ਦੀ, ਤੇ ਸਲਾਹ ਮਸ਼ਵਰਾ ਐਡੀ ਜੀ ਗੱਲ ਤੇ ਵੀ ਤੁਸੀਂ ਕਰ ਸਕਦੇ ਸੀ ਉਹਨਾਂ ਨਾਲ। ਸੋ ਚਾਰਟਰ ਆਫ ਰਾਈਟਸ ਹੋਇਆ, ਜਿਹੜੇ ਵੀ ਸਾਨੂੰ ਹੱਕ ਮਿਲੇ ਹੋਏ ਆ ਉਹ ਹੱਕ ਮੁੜ ਕੇ ਖੋਏ ਨਾ ਜਾਣ, ਇਸ ਤੇ ਬਾਜ਼ ਅੱਖ ਰੱਖਣਾ ਬਹੁਤ ਜ਼ਰੂਰੀ ਹੈ। ਸਮੇਂ ਦੀ ਲੋੜ ਹੈ। ਜਿਸ ਤਰੀਕੇ ਨਾਲ ਨਸਲਵਾਦ ਵੱਧ ਰਿਹਾ, ਸੱਜੇ ਪੱਖੀ ਤਾਕਤਾਂ ਭਾਰੂ ਹੋ ਰਹੀਆਂ, ਇਹ ਕੋਈ ਵੱਡੀ ਗੱਲ ਨਹੀਂ। ਕੱਲ੍ਹ ਨੂੰ ਚਾਰਟਰ ਨੂੰ ਵੀ ਹੱਥ ਪਾਉਣਗੇ ਜੇ ਕਦੇ ਇਹਨਾਂ ਕੋਲ ਮੌਕਾ ਆ ਗਿਆ। ਜਿਹੜੀ ਚਾਰਟਰ ਆਫ ਰਾਈਟਸ ਦੀ ਇਸ ਹੱਕਾਂ ਦੀ ਗੱਲ ਹੈ, ਬੜੀ ਵੱਡੀ ਗੱਲ ਹੈ, ਅਤੇ ਮੈਨੂੰ ਲੱਗਦਾ ਕਿ ਜੇ ਇਮੀਗ੍ਰੇਸ਼ਨ ਵੀ ਵਧੀ ਹੈ ਜਦੋਂ ਚਾਰਟਰ ਆਫ ਰਾਈਟਸ ਦਾ ਲਾਗੂ ਹੋਣ ਤੋਂ ਬਾਅਦ, ਫਿਰ ਇਮੀਗ੍ਰੇਸ਼ਨ ਖੁੱਲ੍ਹੀ। ਸਾਡੀ ਜਿਹੜੀ ਇੱਕ ਵੱਡੀ ਪੀੜ੍ਹੀ ਜਿਹੜੀ 70s ਤੋਂ ਬਾਅਦ ਇੱਥੇ ਆਈ ਹੈ, ਉਹ ਚਾਰਟਰ ਆਫ ਰਾਈਟਸ ਤੋਂ ਬਹੁਤ ਤੁਰੰਤ ਬਾਅਦ ਆਉਣੇ। ਜ਼ਿਆਦਾਤਰ ਵੱਡੀ ਗਿਣਤੀ ਵਿੱਚ ਬਹੁਤ ਆਏ ਲੋਕ ਪਹਿਲਾਂ ਥੋੜ੍ਹੇ ਥੋੜ੍ਹੇ ਆਉਂਦੇ ਸੀ। ਇਤਿਹਾਸ ਦੱਸਦਾ ਕਿ 40ਵੀਆਂ ਤੋਂ ਲੈ ਕੇ 60ਵੀਆਂ ਦੇ ਦੌਰਾਨ ਗਿਣਤੀ ਬਹੁਤ ਥੋੜ੍ਹੀ ਸੀ। ਕਈ ਥਾਂ 'ਤੇ ਟੋਰਾਂਟੋ ਵਰਗੇ ਇਲਾਕਿਆਂ ਦੇ ਵਿੱਚ ਤਾਂ ਉਂਗਲਾਂ 'ਤੇ ਗਿਣੇ ਜਾਣ ਵਾਲੇ ਵਿਅਕਤੀ ਸਨ। ਕੁਝ ਇੱਕ ਸਨ BC ਦੇ ਵਿੱਚ, ਕੁਝ ਜ਼ਿਆਦਾ ਸਨ, ਪਰ ਬਹੁਤ ਸਾਰੇ ਹਿੱਸਿਆਂ 'ਚ ਬਿਲਕੁਲ ਨਹੀਂ ਸਨ। ਲੇਕਿਨ ਹੌਲੀ ਹੌਲੀ ਵੱਧਦੇ ਗਏ ਵੱਡੀ ਗਿਣਤੀ ਦੇ ਵਿੱਚ ਹੁਣ ਆ ਗਏ। ਸੋ ਹੁਣ ਚਾਰਟਰ ਆਫ ਰਾਈਟਸ ਦੀਆਂ ਚੁਣੌਤੀਆਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਉਸੇ ਤਰੀਕੇ ਨਾਲ ਕੈਨੇਡਾ ਦੀ ਵੰਨ ਸਵੰਨਤਾ ਦੀ ਚੁਣੌਤੀ, ਮੈਂ ਉਹਦੇ 'ਚ ਇੱਥੇ ਆਉਣਾ ਚਾਹੁੰਦਾ ਕਿ ਦੇਖੋ ਕੈਨੇਡਾ ਦੀ ਪਾਰਲੀਮੈਂਟ 'ਚ ਪਿਛਲੇ ਦਿਨੀ ਜਿਹੜਾ ਹਾਦਸਾ ਵਾਪਰਿਆ, ਜਿਸ ਕਿਸਮ ਦਾ ਮਾਹੌਲ ਵਾਪਰਿਆ, ਉਹ ਵੀ ਕੈਨੇਡੀਅਨ ਦੇ ਤੇ ਅਸੀਂ ਇਸ ਅੱਜ ਦੇ ਦਿਨ ਤੇ ਦਿਹਾੜੇ ਤੇ ਜ਼ਰੂਰ ਵਿਚਾਰੀਏ ਕਿ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ RCMP ਦੇ ਸਿਸਟਮੈਟਿਕ ਨਸਲਵਾਦ ਦੇ ਖਿਲਾਫ ਇੱਕ ਪਾਰਟੀ ਦਾ ਆਗੂ ਜਿਹੜਾ ਰੰਗਦਾਰ ਭਾਈਚਾਰੇ ਦਾ ਜਗਮੀਤ ਸਿੰਘ ਆਵਾਜ਼ ਉਠਾਉਂਦਾ ਤੇ ਉਸ ਮੋਸ਼ਨ ਨੂੰ ਇੱਕ ਖਾਸ ਕਿਸਮ ਦੀ ਸੋਚ ਦੇ ਨਾਲ ਚੁਣੌਤੀ ਦਿੱਤੀ ਜਾਂਦੀ ਹੈ, ਨਾ ਕੀਤੀ ਜਾਂਦੀ ਹੈ। ਫਿਰ ਉਹ ਗੱਲ ਕਰਨ ਦੀ ਜੁਰਤ ਕਰਦਾ ਕਿ ਇਹ ਨਸਲਵਾਦ ਹੈ, ਤੂੰ ਰੇਸਿਸਟ ਹੈ, ਅਤੇ ਉਸ ਤੋਂ ਬਾਅਦ ਉਹਦੇ ਖਿਲਾਫ ਇੱਕ ਮਾਹੌਲ ਉਸਾਰ ਲਿਆ ਜਾਂਦਾ। ਅੱਜ ਜਦੋਂ ਇੰਨੇ ਵਰ੍ਹੇ ਹੋ ਗਏ ਕੈਨੇਡਾ ਦਾ, ਅਸੀਂ ਇਹ ਦਿਨ ਮਨਾ ਰਹੇ ਹਾਂ 1871 ਤੋਂ ਲੈ ਕੇ ਅੱਜ 2020 ਦੇ ਵਿੱਚ ਬੈਠੇ ਹਾਂ, ਅਤੇ ਕਮਾਲ ਦੀ ਗੱਲ ਹੈ ਕਿ ਅਜੇ ਵੀ ਅਸੀਂ ਇਸ ਦੌਰ ਦੇ ਵਿੱਚੋਂ ਦੀ ਲੰਘ ਰਹੇ ਹਾਂ ਕਿ ਅੱਜ ਵੀ ਕੋਈ ਮੰਨਣ ਨੂੰ ਪੂਰਾ ਤਿਆਰ ਨਹੀਂ। ਜਗਮੀਤ ਸਿੰਘ ਦੀ ਕਹਾਣੀ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ। ਜਦੋਂ ਲੀਡਰ ਬਣੇ ਨੇ ਉਦੋਂ ਵੀ ਚੁਣੌਤੀਆਂ ਬਹੁਤ ਆਈਆਂ ਉਹਨਾਂ ਨੂੰ ਜੀ। ਇਸ ਅਹੁਦੇ ਤੱਕ ਪਹੁੰਚਣਾ ਸੌਖਾ ਨਹੀਂ ਸੀਗਾ। ਸਕੂਲ ਟਾਈਮ ਤੋਂ ਨਸਲਵਾਦ ਹੰਡਾਇਆ ਉਹਨਾਂ ਨੇ। ਸਕੂਲ ਵਿੱਚ ਵੀ ਉਹਨਾਂ ਦੇ ਨਾਲ ਬੁਲਿੰਗ ਹੁੰਦੀ ਸੀਗੀ, ਸਿਰਫ ਦਸਤਾਰ ਕਰਕੇ। ਫਿਰ ਬਾਅਦ ਜਦੋਂ ਲੀਡਰਸ਼ਿਪ ਦੌੜ 'ਚ ਨਿਤਰੇ, ਉਹ ਵੀ ਦਸਤਾਰ ਕਰਕੇ ਨਸਲਵਾਦੀਆਂ ਵੱਲੋਂ ਹਮਲੇ ਹੋਏ। ਏਅਰ ਇੰਡੀਆ ਤੱਕ ਨਾਲ ਉਹਨਾਂ ਨੂੰ ਮਿਲ ਕੇ ਗੱਲ ਕੀਤੀ ਗਈ। ਆ ਪਿੱਛੇ ਜਿਹੜਾ ਇਹ ਵੀ ਉਹਨਾਂ ਹਾਊਸ 'ਚੋਂ ਕੱਢ ਦਿੱਤਾ ਗਿਆ। ਹਾਲਾਂਕਿ ਕੈਨੇਡਾ ਡੇ ਦੇ ਉੱਤੇ ਇੱਕ ਪ੍ਰਾਪਤੀ ਤੌਰ 'ਤੇ ਦੇਖਿਆ ਜਾ ਸਕਦਾ ਕਿ ਪਹਿਲੀ ਵਾਰ ਹੈ ਕਿ ਇੱਕ ਵੱਡੀ ਨੈਸ਼ਨਲ ਪਾਰਟੀ ਦੇ ਲੀਡਰ ਇੱਕ ਦਸਤਾਰਧਾਰੀ ਸਿੱਖ ਹੈ। ਇਹ ਇਤਿਹਾਸ ਸਿਰਜਿਆ ਉਹਨਾਂ ਨੇ। ਔਰ ਦੂਸਰਾ, ਚਾਰਟਰ ਆਫ ਰਾਈਟਸ ਜਿਹੜੇ ਨੇ ਉਹਨਾਂ ਦੀ ਬਦੌਲਤ ਉਹ ਇੱਥੇ ਤੱਕ ਪਹੁੰਚੇ ਨੇ। ਜਿਵੇਂ ਕਿ ਗਿਆਨ ਸਿੰਘ ਸੰਧੂ ਹੁਣੀ ਵੀ ਦੱਸਦੇ ਬੜੇ ਵਧੀਆ ਢੰਗ ਨਾਲ, ਜਿਹੜਾ ਪੀਏ ਟੂਡੋ ਬਾਰੇ ਪ੍ਰੋਗਰਾਮ ਹੋਇਆ ਸੀ ਪਿੱਛੇ, ਉਹਨਾਂ ਜਨਮ ਸ਼ਤਾਬਦੀ ਮੌਕੇ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਜੇ ਮੈਂ ਅੱਜ ਇੱਥੇ ਪਹੁੰਚਿਆ ਹਾਂ, ਜੋ ਕੁਛ ਵੀ ਲੜਾਈਆਂ ਮੈਂ ਲੜੀਆਂ, ਚਾਰਟਰ ਆਫ ਰਾਈਟਸ ਦੀ ਬਦੌਲਤ ਅਸੀਂ ਸੰਭਾਵਨਾ ਇਹ ਸਾਡੇ ਲਈ ਬਣੀ ਹੈ। ਜਾਂ ਬਲਤੇਜ ਸਿੰਘ ਢਿੱਲੋਂ ਦਾ ਇਸ ਅਹੁਦੇ 'ਤੇ ਪਹੁੰਚਣਾ। ਪਰ ਸਮੱਸਿਆ ਕਿ ਜਿਹੜੀਆਂ ਆਹ ਗੱਲਾਂ ਆ ਰਹੀਆਂ ਕਿ ਉਹ ਜਦੋਂ ਢਾਂਚਾਗਤ ਨਸਲਵਾਦ 'ਤੇ ਉਂਗਲ ਰੱਖਦੇ ਆ, ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ, ਉਹਨਾਂ ਦੇ ਖਿਲਾਫ ਬੋਲੇ ਕੱਸੇ ਜਾਂਦੇ ਆ। ਇਹ ਵੀ ਹੁਣ ਹੋ ਰਿਹਾ ਕਿ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਘਟ ਗਈ ਹੈ, ਆਮਦਨ ਘਟ ਗਈ ਹੈ,
ਲੋਕ ਪਾਰਟੀ ਤੋਂ ਪਿੱਛੇ ਹੋ ਰਹੇ ਨੇ, ਜਿਹੜਾ ਪਾਰਟੀ ਦੇ ਅੰਦਰੂਨੀ ਤੌਰ ਤੇ ਨਸਲਵਾਦ ਦੀ ਇੱਕ ਨਿਸ਼ਾਨੀ ਹੈ। ਬਿਲਕੁਲ। ਸੋ ਇਹ ਅਫਸੋਸ ਦੀ ਗੱਲ ਹੈ ਕਿ ਇਹ ਨਸਲਵਾਦ ਮੁੱਕਿਆ ਨਹੀਂ। ਸੋ ਮੇਰਾ ਇਸ਼ਾਰਾ ਉੱਥੇ ਹੀ ਹੈ ਕਿ ਬੇਸ਼ੱਕ ਸਾਨੂੰ ਹੱਕ ਸਾਰੇ ਮਿਲ ਗਏ, ਚਾਰਟਰ ਆਫ ਰਾਈਟਸ ਵੀ ਅਸੀਂ ਲੈ ਲਿਆ, ਵੋਟ ਪਾਉਣ ਦਾ ਹੱਕ ਵੀ ਹੈ। ਅੱਜ ਸਾਡੇ ਜਿਹੜੇ ਸਿੰਘ ਸਰਦਾਰ ਪਾਰਲੀਮੈਂਟ 'ਚ ਬੈਠੇ ਨੇ, ਵਿੱਚ ਜਗਮੀਤ ਸਿੰਘ ਹੋਣੀ, ਪਰ ਇਹ ਮਤ ਸੋਚੋ ਕਿ ਵੀ ਸਭ ਠੀਕ ਹੈ। ਹਾਂਜੀ, ਇਹ ਕਿਸੇ ਵੇਲੇ ਵੀ ਉਲਟਾ ਗੇੜਾ ਵੀ ਆ ਸਕਦਾ। ਜੋ ਉੱਥੇ ਅਮਰੀਕਾ 'ਚ ਹੋਇਆ ਟਰੰਪ ਦੇ ਆਉਣ ਨਾਲ, ਉਹੋ ਜਿਹੇ ਹਾਲਾਤ ਇੱਥੇ ਵੀ ਪੈਦਾ ਹੋ ਸਕਦੇ। ਜਿਵੇਂ ਮੈਂ ਮਿਸਾਲ ਦਿੱਤੀ ਕਿ ਜਦੋਂ ਪਿਛਲੀ ਸਰਕਾਰ ਸੀ ਹਾਰਪਰ ਦੀ, ਚਾਰਟਰ ਆਫ ਰਾਈਟਸ ਦੀ ਤਲਾਂਜਲੀ ਦੇ ਦਿੱਤੀ ਗਈ, ਉਹ ਦਿਹਾੜਾ ਮਰਨਾ ਬੰਦ ਕਰ ਦਿੱਤਾ ਗਿਆ। ਕੱਲ੍ਹ ਨੂੰ ਜੇ ਉਹਨਾਂ ਦਾ ਦੁਬਾਰਾ ਜ਼ੋਰ ਚੱਲਿਆ, ਉਹ ਚਾਰਟਰ ਆਫ ਰਾਈਟਸ ਤੱਕ ਚੀਫ ਆਫ ਸਟੇਟ ਕਰ ਦੇਣਗੇ। ਤੁਸੀਂ ਕੀ ਕਰ ਲਓਗੇ ਉਹਨਾਂ ਦਾ? ਕਿਉਂਕਿ ਬਹੁਗਿਣਤੀਵਾਦ ਦੇ ਨਾਂ 'ਤੇ ਸਿਆਸਤ ਚੱਲਦੀ ਹੈ। ਇਹ ਵੱਡਾ ਦੁਖਾਂਤ ਹੈ। ਹੁਣ ਜੈਸਿਨ ਕਹਿੰਦੀ ਉੱਥੇ ਲੋਕਾਂ ਨੂੰ ਜਲਵੇ ਵਿਖਾ ਰਹੇ ਨੇ ਅਲਬਰਟਾ ਦੇ ਵਿੱਚ, ਬਿਲਕੁਲ ਇਹੋ ਜਿਹੇ ਕਾਨੂੰਨ ਲਿਆ ਰਹੇ ਨੇ ਕਿ ਲੋਕ ਉੱਥੇ ਪਰੇਸ਼ਾਨ ਨੇ। ਪਰ ਜੇ ਉਹੋ ਜਿਹੀ ਸਰਕਾਰ ਕੇਂਦਰ 'ਚ ਆ ਗਈ ਤਾਂ ਕੀ ਹੋਊਗਾ, ਇਹਦੇ ਬਾਰੇ ਲੋਕ ਆਪ ਨਿਰਣਾ ਕਰਨ। ਸੋ ਇਹ ਨਹੀਂ ਕਿ ਸੰਤੁਸ਼ਟ ਹੋ ਕੇ ਬੈਠੇ ਹੋ ਕਿ ਸਾਨੂੰ ਸਭ ਕੁਝ ਮਿਲ ਗਿਆ, ਸਭ ਠੀਕ ਠਾਕ ਹੈ। ਇਹ ਗੱਲਾਂ ਪੁੱਠੀਆਂ ਵੀ ਪੈ ਸਕਦੀਆਂ। ਅਵੇਸਲਾਪਣ ਜਿਹੜਾ ਹੈ ਉਹ ਬੜਾ ਖਤਰਨਾਕ ਹੁੰਦਾ ਹੈ। ਕੈਨੇਡਾ ਡੇ 'ਤੇ ਅਸੀਂ ਜਦੋਂ ਇਸ ਦੇ ਇੱਕ ਗੱਲ ਕਰਦੇ ਹਾਂ, ਨੈਸ਼ਨਲ ਫਲੈਗ ਦੀ ਗੱਲ, ਖਾਸ ਕਰਕੇ ਉਹ ਮੈਪਲ ਲੀਫ ਜਿਹੜਾ ਹੈ ਜਿਸ ਤਰ੍ਹਾਂ ਰੱਖਿਆ ਜਾਂਦਾ ਹੈ, ਥੋੜ੍ਹਾ ਜਿਹਾ ਮੈਪਲ ਲੀਫ ਦੇ ਬਾਰੇ ਜ਼ਰੂਰ ਦੱਸੋ ਕਿ ਇਹਦਾ ਜਿਹੜਾ ਇਹ ਕਿਸ ਤਰ੍ਹਾਂ ਚੁਣਿਆ ਗਿਆ ਸਿੰਬਲ ਅਤੇ ਕਿਸ ਤਰ੍ਹਾਂ ਇਹਨੂੰ ਅਪਣਾਇਆ ਗਿਆ। ਦੇਖੋ, ਮੇਪਲ ਤਾਂ ਤੁਸੀਂ ਦੇਖਦੇ ਹੋ, ਆਮ ਹੀ ਅਸੀਂ ਇੱਥੇ ਮੇਪਲ ਸਿਰਪ ਵੀ ਯੂਜ਼ ਕਰਦੇ ਹਾਂ। ਹਾਂਜੀ, ਮੇਪਲ ਇੱਥੋਂ ਦੇ ਸੱਭਿਆਚਾਰ ਦਾ ਇੱਕ ਹਿੱਸਾ ਬਣਿਆ ਹੋਇਆ, ਇਸ ਕਰਕੇ ਮੇਪਲ ਲੀਫ ਦੀ ਉਸ ਤਰੀਕੇ ਨਾਲ ਜਿਹੜੀ ਹੈ ਚੋਣ ਕੀਤੀ ਗਈ। ਹਾਲਾਂਕਿ ਹੋਰ ਵੀ ਸੰਭਾਵਨਾਵਾਂ ਕਈ ਸੀਗੀਆਂ। ਸੋ ਮੇਪਲ ਲੀਫ ਦਾ ਤਾਂ ਇੱਦਾਂ ਹੋਇਆ। ਫਿਰ ਉਹਦੇ ਨਾਲ ਤੁਸੀਂ ਵੇਖੋ ਬਾਅਦ 'ਚ ਟੀਮਾਂ ਵੀ ਬਣੀਆਂ, ਬੜਾ ਕੁਛ ਹੋਇਆ। ਹਾਂਜੀ, ਸੋ ਮੇਪਲ ਲੀਫ ਦੀ ਇਹੀ ਮਹੱਤਤਾ ਕਿ ਸਾਡੇ ਜਿਹੜੇ ਆਲੇ ਦੁਆਲੇ ਰੁੱਖਾਂ ਦੇ ਉੱਤੇ ਅਸੀਂ ਮੇਪਲ ਆਮ ਵੇਖਦੇ ਹਾਂ। ਜਦੋਂ ਪਤਝੜ ਦੀ ਰੁੱਤ ਆਉਂਦੀ, ਕਿੰਨੇ ਜਿਹੜੇ ਮੇਪਲ ਦੇ ਪੱਤੇ ਖਿੰਡੇ ਹੁੰਦੇ ਆ। ਸੋ ਇੱਕ ਮਿਕ ਹੈ, ਜਿਵੇਂ ਕਸ਼ਮੀਰ ਦੇ ਵਿੱਚ ਵੀ, ਇੰਡੀਆ 'ਚ ਵੀ ਮੇਪਲ ਵਰਗਾ ਹੀ ਪੱਤਾ ਵਾਲਾ ਜਿਹੜਾ ਸਿੰਬਲਾਈਜ਼ ਕਰਦਾ ਕਸ਼ਮੀਰ ਨੂੰ, ਉਸ ਤਰੀਕੇ ਨਾਲ। ਸੋ ਦੂਸਰਾ ਇਹ ਹੈ ਕਿ ਇਸੇ ਹੀ ਸੰਦਰਭ ਦੇ ਵਿੱਚ ਜਦੋਂ ਇੱਥੋਂ ਦੀ ਨੈਸ਼ਨਲ ਸੌਂਗ ਦੀ ਗੱਲ ਚੱਲਦੀ ਹੈ, ਉਹ ਕੈਨੇਡਾ ਦੀ ਗੱਲ ਚੱਲਦੀ ਹੈ, ਉਹ ਕੈਨੇਡਾ ਦਾ ਇੱਕ ਪਸਾਰਾ ਹੋਇਆ ਪਹਿਲਾਂ ਇਸ ਨੂੰ ਓਰੀਜਨਲ ਰੂਪ ਦੇ ਵਿੱਚ, ਫਿਰ ਹੌਲੀ ਹੌਲੀ ਇਹਦੇ 'ਚ ਹੁਣ ਸਨਸ ਦੇ ਥਾਂ 'ਤੇ ਸ਼ਬਦ ਵੀ ਬਦਲਿਆ ਗਿਆ। ਪਹਿਲਾਂ ਉਹ ਇਕੱਲਾ ਮੇਲ ਪਰਫਾਰਮ ਕਰਦਾ ਸੀ, ਹੁਣ ਜੈਂਡਰ ਨਿਊਟਰਲ ਕਰਦਾ। ਹਾਂ, ਸੋ ਥੋੜ੍ਹਾ ਜਿਹਾ ਕੈਨੇਡਾ ਦੇ ਨੈਸ਼ਨਲ ਸੌਂਗ ਦੇ ਬਾਰੇ ਜ਼ਰੂਰ ਦੱਸੋ। ਨੈਸ਼ਨਲ ਐਂਥਮ ਦੇ ਵਿੱਚ ਕਈ ਤਰ੍ਹਾਂ ਦਿੱਕਤਾਂ ਸੀਗੀਆਂ, ਜਿਵੇਂ ਕਿ ਨੇਟਿਵਸ ਦੀ ਗੱਲ ਜਿਹੜੀ ਸੀਗੀ, ਉਹਨਾਂ ਨੂੰ ਲੱਗਦਾ ਸੀ ਕਿ ਇਸ ਰੂਪ 'ਚ ਨਹੀਂ ਕਹੀ ਗਈ, ਉਸ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਫਿਰ ਇਹ ਵੀ ਆਇਆ ਕਿ ਵੀ ਉਹਦੇ ਵਿੱਚ ਕੁਝ ਤੁਸੀਂ ਜਿਹੜਾ ਰਾਣੀ ਦੀ ਗੱਲ ਨਾ ਕਰੋ, ਮਤਲਬ ਨਾਸਤਿਕ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਇਤਰਾਜ਼ ਸੀਗੇ। ਅਖੀਰ 'ਚ ਜੈਂਡਰ ਨਿਊਟਰਲ ਜਿਹੜਾ ਬਣਾਇਆ, ਉਹ ਬਹੁਤ ਵੱਡੀ ਗੱਲ ਹੋਈ ਹੈ। ਹਾਂਜੀ, ਕਿ ਕੋਈ ਇਹ ਨਹੀਂ ਕਿ ਸਿਰਫ ਅਸੀਂ ਪੁੱਤਾਂ ਦੀ ਗੱਲ ਕਰ ਰਹੇ ਹਾਂ, ਅਸੀਂ ਧੀਆਂ ਦੀ ਵੀ ਗੱਲ ਕਰ ਰਹੇ ਹਾਂ। ਇਸ ਨੂੰ ਜੈਂਡਰ ਲਿੰਗਿਕ ਤੌਰ 'ਤੇ ਨਿਊਟਰਲ ਬਣਾਇਆ ਗਿਆ। ਪਰ ਮੈਂ ਇਹ ਜ਼ਰੂਰ ਕਹੂੰਗਾ, ਗੁਰਿੰਦਰ ਸਿੰਘ ਜੀ, ਜਿਹੜੇ ਸਾਡੇ ਕਈ ਭਾਈਚਾਰੇ ਦੇ ਲੋਕ, ਠੀਕ ਹੈ, ਕੈਨੇਡਾ ਨੇ ਸਾਨੂੰ ਬੜਾ ਕੁਝ ਦਿੱਤਾ। ਹਾਂਜੀ, ਪਰ ਕੈਨੇਡਾ ਧਰਤੀ ਤਾਂ ਮੂਲ ਵਾਸੀਆਂ ਦੀ ਹੈ ਨਾ, ਪਹਿਲਾਂ ਇਸ ਗੱਲ ਨੂੰ ਸਵੀਕਾਰ ਕਰੋ। ਜਿਹੜਾ ਉਹਨਾਂ ਪ੍ਰਤੀ ਘਿਰਨਾਤਮਕ ਜਿਹੜਾ ਨਜ਼ਰੀਆ ਸਾਡੇ ਭਾਈਚਾਰੇ ਦੇ ਲੋਕਾਂ ਵੱਲੋਂ ਹੈ, ਉਹ ਬਿਲਕੁਲ ਵੀ ਸਹਿਣਯੋਗ ਨਹੀਂ ਹੈ। ਹਾਂਜੀ, ਕਿਉਂਕਿ ਇਹ ਉਹਨਾਂ ਕਦਰਾਂ ਕੀਮਤਾਂ ਦਾ ਉਲਟਾ, ਜਿਹੜੀ ਗਦਰੀ ਬਾਬਿਆਂ ਦੀ ਵੀ ਸੀਗੀ, ਤੇ ਜਿਹੜੇ ਲੋਕ ਇੱਥੇ ਗੁਰੂ ਨਾਨਕ ਨਾਮ ਦੇ ਨਾਂ ਦੇ ਜਹਾਜ਼ ਲੈ ਕੇ ਆਏ, ਉਹਨਾਂ ਦੀ ਸੋਚ ਤੋਂ ਵੀ ਉਲਟਾ ਸਾਰਾ ਕੁਝ। ਲੋਕਾਂ ਨੂੰ ਕਲਾਵੇ 'ਚ ਲੈਣ ਦੀ ਗੱਲ ਹੁੰਦੀ ਕਿ ਉਹ ਵੀ ਖਾਸ ਤੌਰ 'ਤੇ ਜਿਹੜੀ ਸਭ ਤੋਂ ਲਤਾੜੀ ਹੋਈ ਧਿਰ ਹੋਵੇ। ਸੋ ਇਹ ਇੱਕ ਜਿਹੜਾ ਫਤੂਰ ਚੜਿਆ ਨਾ ਨੈਸ਼ਨਲਿਜ਼ਮ ਮਨਾਉਣ ਦਾ, ਮੈਂ ਇਸ ਨੂੰ ਮੁੱਢੋਂ ਰੱਦ ਕਰਦਾ। ਨੈਸ਼ਨਲਿਜ਼ਮ ਜਿਹੜਾ ਕਈ ਵਾਰੀ ਲੋਕਾਂ ਨੂੰ ਅੰਨਾ ਕਰ ਦਿੰਦਾ, ਚਾਹੇ ਉਹ ਨੈਸ਼ਨਲਿਜ਼ਮ ਇੰਡੀਆ ਦਾ, ਚਾਹੇ ਇੱਧਰ ਦਾ, ਚਾਹੇ ਕਿਸੇ ਥਾਂ ਦਾ ਵੀ ਹੋਵੇ। ਸੋ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਸਮਾਜ ਪ੍ਰਤੀ, ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ। ਇਹ ਜਿਹੜੀਆਂ ਅਸੀਂ ਕਿਸੇ ਕਹਾਣੀਆਂ ਸਾਂਝੀਆਂ ਕਰ ਰਹੇ ਹਾਂ, ਉਹਦਾ ਮਕਸਦ ਵੀ ਇਹੋ ਹੀ ਹੈ। ਹੁਣ ਸਾਡੇ ਕਈ ਇੱਥੇ ਕਹਿਣਗੇ ਕਿ ਭਾਰਤ ਸਾਡੀ ਮਾਂ ਹੈ, ਕੈਨੇਡਾ ਸਾਡੀ ਮਾਸੀ ਹੈ। ਦੇਖੋ ਜੀ, ਮੇਰੀ ਮਾਂ ਦਾ ਨਾਂ ਤਾਂ ਸੁਰਿੰਦਰ ਕੌਰ ਹੈ ਅਤੇ ਮਾਸੀ ਦਾ ਨਾਂ ਅਮਰਦੀਪ ਕੌਰ ਹੈ। ਸੋ ਪਰ ਕੈਨੇਡਾ ਦੀ ਵੀ ਬਿਹਤਰੀ ਚਾਹੁੰਦਾ, ਮੈਂ ਭਾਰਤ ਦੀ ਵੀ ਬਿਹਤਰੀ ਚਾਹੁੰਦਾ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਰਾਸ਼ਟਰਵਾਦ ਦੇ ਨਾਂ 'ਤੇ ਮੈਂ ਉਹਨਾਂ ਨੂੰ ਲੋਕਾਂ ਨੂੰ ਖੁੱਲ੍ਹੀ ਛੁੱਟੀ ਦੇ ਦੇਵਾਂ, ਜਿਹੜੇ ਸਾਨੂੰ ਆ ਕੇ ਆਪਣੀ ਹਰ ਗੱਲ ਜਿਹੜੀ ਹੈ ਧੌਣ 'ਤੇ ਗੋਡਾ ਧਰ ਕੇ ਮਨਵਾਉਣ। ਨੈਸ਼ਨਲਿਜ਼ਮ, ਪੈਟਰੀਓਟਿਜ਼ਮ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ, ਉਹ ਮਾਂ ਮਾਸੀ ਵਾਲਾ ਕਿੱਸਾ ਯਾਦ ਕਰਦੇ, ਫਿਰ ਗੁਰਦਾਸ ਮਾਨ ਸਾਹਮਣੇ ਆ ਜਾਂਦਾ। ਉਹ ਜਦੋਂ ਇੱਥੇ ਕੈਨੇਡਾ ਆਇਆ, ਪਤਾ ਨਹੀਂ ਉਹਨੂੰ ਕੀ ਹੋਇਆ, ਉਹ ਹੀ ਜਾਣ ਸਕਦਾ ਕਿ ਸਾਡੀ ਪੰਜਾਬੀ ਮਾਂ ਹੈ ਅਤੇ ਹਿੰਦੀ ਸਾਡੀ ਮਾਸੀ ਹੈ। ਭਲਿਆ ਮਾਨਸਾ, ਇੱਕੋ ਬਰਾਦਰੀ ਜਿਹੜੀ ਹੈ, ਮਾਂ ਅਤੇ ਮਾਸੀ ਵਾਲੀ ਜਿਹੜੀ ਹੈ, ਉਹ ਤੋਂ ਦੇਖ ਭਾਸ਼ਾ ਦਾ ਗਰੁੱਪ ਕਿਹੜਾ, ਜਿਹੜੀ ਪੰਜਾਬੀ ਹੈ, ਪੰਜਾਬੀ ਦਾ ਜਨਮ ਕਦੋਂ ਦਾ ਹੋਇਆ, ਪ੍ਰਾਕ੍ਰਿਤ ਭਾਸ਼ਾ ਤੋਂ ਲੈ ਕੇ, ਅਤੇ ਜਿਹੜੀ ਮਾਸੀ, ਜੇ ਮਾਸੀ ਅਤੇ ਮਾਂ ਉਹੀ ਹੋਏਗੀ, ਵੱਖਰੀ ਨਹੀਂ ਹੋ ਸਕਦੀ। ਪਰ ਉਹੀ ਗੱਲ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਦੀ ਤਸ਼ਬੀਹ ਦੇਣਾ ਹੁਣ ਵੀ ਜਿਹੜਾ ਹੈ, ਭਾਰਤ ਮਾਂ ਦੇ ਨਾਂ 'ਤੇ ਪੁੱਤਰ ਜਿਹੜੇ ਆ ਸਾਡੇ ਕੁਰਬਾਨ ਹੋ ਗਏ। ਫਿਰ ਉਸ ਸਲੋਗਨ ਨੂੰ ਲੈ ਕੇ ਬੰਦੇ ਮਾਤਰਮ ਤੋਂ ਬਾਅਦ ਜੋ ਅੱਜ ਬੰਦੇ ਭਾਰਤ, ਹੋਰ ਕਈ ਤਰ੍ਹਾਂ ਦੇ ਕਿਸਮ ਦੇ ਚੱਲ ਰਹੇ ਨੇ। ਪਰ ਜਦੋਂ ਅਸੀਂ ਕੈਨੇਡਾ ਦੀ ਗੱਲ ਫਿਰ ਇੱਕ ਵਾਰ ਕਰੀਏ ਤਾਂ ਉੱਥੇ ਇੱਕ ਇਹ ਸਿਲਸਿਲਾ ਚੱਲਦਾ ਕਿ ਕੈਨੇਡਾ ਦੇ ਇਹਨਾਂ ਸਾਰੀਆਂ ਜਿਹੜੀਆਂ ਪੋਲੀਟੀਕਲ ਜਾਂ ਕਲਚਰਲ ਪੁਆਇੰਟ ਆਫ ਵਿਊ 'ਤੇ
ਉਸ ਦੇ ਨਾਲ ਇਸ ਦਾ ਇੱਕ ਬੜਾ ਵੱਡਾ ਦਾਇਰਾ ਵੀ ਹੈ ਦੁਨੀਆ 'ਚ, ਇਹਨੂੰ ਧਰਤੀ ਦੇ ਪਸਾਰ ਦੇ ਪੱਖੋਂ ਵੀ ਜਿਹੜਾ ਹੈ ਦੂਜੇ ਵੱਡੇ ਮੁਲਕ ਦੇ ਤੌਰ ਤੇ ਗਿਣਿਆ ਜਾਂਦਾ ਜਿਸ ਤਰ੍ਹਾਂ, ਤੇ ਜਨਸੰਖਿਆ ਦੇ ਪੱਖੋਂ ਬੇਸ਼ੱਕ ਥੋੜਾ ਹੈ। ਸੋ ਇਹਦੇ 'ਚ ਸਟੇਟਸ ਜਿਵੇਂ ਜਿਵੇਂ ਜੁੜਦੀਆਂ ਗਈਆਂ, ਇਹਦਾ ਜਿਹੜਾ ਫੈਡਰਲ ਢਾਂਚਾ, ਕਿਉਂਕਿ ਕਹਿਣ ਨੂੰ ਤਾਂ ਇੰਡੀਆ ਦਾ ਵੀ ਅਸੀਂ ਕਹਿੰਦੇ ਫੈਡਰਲ ਢਾਂਚਾ ਹੈ, ਪਰ ਕੈਨੇਡੀਅਨ ਫੈਡਰਲ ਢਾਂਚੇ ਦੇ ਵਿੱਚ ਪ੍ਰੋਵਿੰਸ ਦੇ ਜਿਹੜੇ ਰਾਈਟਸ ਨੇ, ਉਹਨਾਂ ਦੇ ਅਖਤਿਆਰਾਤ ਨੇ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਇੱਥੇ ਪ੍ਰੋਵਿੰਸਿਸ ਦੇ ਅਖਤਿਆਰ ਬਹੁਤ ਜ਼ਿਆਦਾ ਨੇ ਖੁੱਲ੍ਹੇ, ਮਤਲਬ ਕਿ ਇੰਡੀਆ ਨਾਲ ਤਾਂ ਇਸ ਨੂੰ ਮਿਲ ਕੇ ਨਹੀਂ ਵੇਖ ਸਕਦੇ ਜੀ। ਇੰਡੀਆ 'ਚ ਤਾਂ ਫੈਡਰਲ ਢਾਂਚਾ ਹੈ ਨਹੀਂ ਜੀ ਸਹੀ ਅਰਥਾਂ 'ਚ। ਉੱਥੇ ਤਾਂ ਲੜਾਈ ਇਸ ਗੱਲ ਦੀ ਕਿ ਫੈਡਰਲ ਢਾਂਚਾ ਬਣਾਓ, ਖੁਦ ਮੁਖਤਿਆਰੀ ਦੀ ਮੰਗ ਚੱਲ ਰਹੀ ਹੈ। ਖੁਦ ਮੁਖਤਿਆਰੀ ਦੀ ਗੱਲ ਇੱਕ ਵੱਖਰੀ ਹੈ, ਇਹ ਫੈਡਰਲ ਢਾਂਚੇ ਦੀ ਗੱਲ ਤਾਂ ਬਹੁਤ ਜ਼ਿਆਦਾ ਜ਼ੋਰ ਦੇ ਕੇ ਕਹੀ ਜਾਂਦੀ ਕਿ ਤੁਸੀਂ ਕੇਂਦਰ ਕੋਲ ਅਖਤਿਆਰ ਘੱਟ ਹੋਣ, ਸੂਬਿਆਂ ਕੋਲ ਵੱਧ ਹੋਣ। ਮਤਲਬ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਬਹੁਤ ਉਭਾਰਿਆ ਗਿਆ। ਬਿਲਕੁਲ, ਉਹ ਕੈਨੇਡਾ ਦੀ ਤਰਸ ਤੇ ਉਹ ਚਾਹੁੰਦੇ ਸੀ ਕਿ ਬਿਲਕੁਲ ਮੁਲਕ ਦੀ ਨਵੇਂ ਸਿਰਿਓਂ, ਜਿਹਨੂੰ ਕਹਿੰਦੇ ਕਿ ਪੁਨਰਗਠਨ ਮੁਲਕ ਦਾ ਕੀਤਾ ਜਾਵੇ। ਇੱਥੇ ਵੀ ਅਸੀਂ ਵੇਖਦੇ ਹਾਂ ਕਿ ਜਿਹੜਾ ਡਿਫੈਂਸ ਹੈ ਜਾਂ ਫੋਰਨ ਅਫੇਅਰ ਜਾਂ ਕਰੰਸੀ ਹੈ, ਸਾਰਾ ਕੁਝ ਕੈਨੇਡਾ ਦੀ ਫੈਡਰਲ ਸਰਕਾਰ ਦੇ ਹੱਥ 'ਚ। ਬਾਕੀ ਤੁਸੀਂ ਵੇਖ ਲਓ, ਸਕੂਲਾਂ ਦਾ ਜਿਹੜਾ ਪ੍ਰਬੰਧ ਆ ਤੁਹਾਡੇ ਸੂਬੇ ਦੇ ਕੋਲ ਆ ਜੀ, ਸਿਹਤ ਪ੍ਰਬੰਧ ਸੂਬਿਆਂ ਦੇ ਕੋਲ ਆ। ਮਤਲਬ ਦਖਲਅੰਦਾਜ਼ੀ ਹੈ ਨਹੀਂ ਇਸ ਕਿਸਮ ਦੀ। ਸਗੋਂ ਫੈਡਰਲ ਸਰਕਾਰ ਕਦੇ ਵਾਰੀ ਜਦੋਂ ਪੈਸੇ ਵੰਡਦੀ ਆ, ਉਹਦੇ ਵਿੱਚ ਕਈ ਵਾਰੀ ਰੌਲਾ ਪੈਂਦਾ ਕਿ ਸੂਬੇ ਦੀਆਂ ਸੀਟਾਂ ਜਿੱਥੇ ਵੱਧ ਨੇ ਉੱਥੇ ਵੱਧ ਪੈਸੇ ਜਾ ਰਹੇ, ਜਿੱਥੇ ਘੱਟ ਨੇ ਉੱਥੇ ਘੱਟ ਜਾ ਰਹੇ, ਜਾਂ ਜਿੱਥੇ ਮਸਲੇ ਜਿਹੜੇ ਵੱਡੇ ਸੂਬਿਆਂ 'ਚ ਨੇ ਉਹਦੇ ਬਾਰੇ ਫੈਡਰਲ ਸਰਕਾਰ ਫਿਕਰਮੰਦ ਜ਼ਿਆਦਾ ਰਹਿੰਦੀ ਹੈ, ਛੋਟੇ ਸੂਬਿਆਂ ਬਾਰੇ ਘੱਟ ਸੀਟਾਂ ਦੇ ਹਿਸਾਬ ਨਾਲ। ਪਰ ਇਹ ਰੁਝਾਨ ਸਾਰੀ ਦੁਨੀਆ ਦਾ, ਇਹ ਇਕੱਲਾ ਕੈਨੇਡਾ ਦਾ ਨਹੀਂਗਾ, ਇਹ ਭਾਰਤ 'ਚ ਵੀ, ਅਮਰੀਕਾ 'ਚ ਵੀ ਇੱਦਾਂ ਹੀ ਹੈ। ਜਿਹੜੇ ਸੂਬਿਆਂ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਦੀ ਪ੍ਰਧਾਨਤਾ ਹੋਵੇ, ਉਹਨਾਂ ਸੂਬਿਆਂ ਦਾ ਉਸ ਜਿਹੜੀ ਸਰਕਾਰਾਂ ਵੱਧ ਖਿਆਲ ਰੱਖਦੀਆਂ। ਇੱਥੇ ਵੀ ਉਹ ਦੁਖਾਂਤ ਹੈ ਉਸ ਕਿਸਮ ਦਾ, ਲੋਕ ਇੱਥੇ ਵੀ ਪਿੱਟਦੇ ਉਸ ਗੱਲ ਨੂੰ ਲੈ ਕੇ। ਪਰ ਮੁੱਖ ਤੌਰ ਤੇ ਫੈਡਰਲ ਢਾਂਚਾ ਜਿਹੜਾ ਹੈ, ਉਹ ਉਸਦੀ ਜਿਹੜੀ ਖੂਬੀ ਇਹੀ ਹੈ ਕਿ ਸੂਬਿਆਂ ਕੋਲ ਵੱਧ ਅਧਿਕਾਰ ਨੇ। ਸੋ ਰੋਜ਼ਾਨਾ ਦੇ ਤੌਰ ਤੇ ਫੈਡਰਲ ਸਰਕਾਰ ਦਖਲਅੰਦਾਜ਼ੀ ਨਹੀਂ ਕਰ ਸਕਦੀ। ਅਨੇਕਾਂ ਵਾਰੀ ਕਈ ਮਸਲੇ ਖੜੇ ਹੋਏ ਜਿੱਥੇ ਫੈਡਰਲ ਸਰਕਾਰ ਕੋਈ ਦਖਲਅੰਦਾਜ਼ੀ ਨਹੀਂ ਕਰੂਗੀ। ਜਿਵੇਂ ਹੁਣ ਪਾਈਪਲਾਈਨ ਦਾ ਮੁੱਦਾ ਆਇਆ ਜੀ, ਜੌਨ ਹੌਰਗਨ ਨੇ ਕਿਹਾ ਕਿ ਅਸੀਂ ਉਸ ਪਾਈਪਲਾਈਨ ਦੇ ਹੱਕ 'ਚ ਨਹੀਂ ਗਏ, ਪਰ ਫੈਡਰਲ ਸਰਕਾਰ ਦੇ ਹੱਕ 'ਚ ਹੈ। ਪਰ ਇੱਥੇ ਇੱਦਾਂ ਤਾਂ ਨਹੀਂ ਹੋਇਆ ਕਿ ਉਹਨਾਂ ਨੇ ਧੱਕੇ ਨਾਲ ਫੌਜ ਭੇਜਤੀ ਹੋਵੇ ਜਾਂ ਸੂਬੇ ਦੀ ਸਰਕਾਰ ਭੰਗ ਕਰ ਦਿੱਤੀ ਹੋਵੇ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਇੱਥੇ ਸੰਭਵ ਨਹੀਂ ਗਈਆਂ ਜੀ। ਸੋ ਉੱਦਾਂ ਦੀ ਆਜ਼ਾਦੀ ਸੂਬੇ ਇੱਥੇ ਮਾਣ ਰਹੇ ਨੇ ਜੀ ਜੀ ਜੀ। ਸੋ ਇੱਕ ਤਰੀਕੇ ਨਾਲ ਸੂਬਿਆਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਤੌਰ ਤਰੀਕੇ ਨਾਲ ਵੱਖਰੀ ਸੋਚ ਰੱਖ ਸਕਦੇ ਹਾਂ ਜੀ। ਹੁਣ ਐਲਬਰਟਾ ਵਿੱਚ ਇੱਕ ਖਾਸ ਪਾਰਟੀ ਦਾ ਰਾਜ ਹੈ, ਇੱਥੇ ਖਾਸ ਪਾਰਟੀ ਦਾ ਰਾਜ ਹੈ ਜੀ। ਦੋਨਾਂ ਦੀ ਰਾਏ ਵੱਖਰੀ ਵੱਖਰੀ ਹੈ। ਬਿਲਕੁਲ। ਹਾਲਾਂਕਿ ਪਿਛਲੀ ਵਾਰੀ ਤਾਂ ਇਹ ਵੀ ਹੋਇਆ ਕਿ ਇੱਕੋ ਸਮੇਂ 'ਤੇ ਦੋਨੇ ਪਾਸਿਆਂ 'ਚ, ਦੋਨੇ ਸੂਬਿਆਂ 'ਚ ਐਨਡੀਪੀ ਸਰਕਾਰ ਸੀ। ਰੇਚਲ ਨੋਟਲੀ ਦੀ ਵੀ ਐਨਡੀਪੀ ਸਰਕਾਰ, ਇੱਥੇ ਹੌਰਗਨ ਦੀ ਸਰਕਾਰ ਜੀ। ਪਰ ਪਾਈਪਲਾਈਨ ਦੇ ਮੁੱਦਿਆਂ 'ਤੇ ਦੋਨਾਂ ਦੀ ਰਾਏ ਵੱਖਰੀ ਵੱਖਰੀ ਜੀ, ਕਿਉਂਕਿ ਉਹ ਮੁੱਖ ਤੌਰ 'ਤੇ ਤੇਲ ਆਧਾਰਿਤ ਸੂਬਾ ਆ, ਉਹ ਪਾਈਪਲਾਈਨ ਦੇ ਹੱਕ ਵਿੱਚ ਸੀਗੇ, ਇਹ ਉਹਦੇ ਵਿਰੋਧ 'ਚ ਸੀ। ਪਰ ਕੋਈ ਇੱਦਾਂ ਨਹੀਂ ਹੋਇਆ ਕਿ ਫੈਡਰਲ ਸਰਕਾਰ ਨੇ ਐਲਬਰਟਾ ਨਾਲ ਰਲ ਮਿਲ ਕੇ BC ਨਾਲ ਧੱਕਾ ਕੀਤਾ ਹੋਵੇ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਪੋਲੀਟੀਕਲ ਸਿਸਟਮ ਦੀ ਗੱਲ ਹੈ, ਉਹ ਸਿਸਟਮ ਜਿਵੇਂ ਆਮ ਕਰਕੇ ਅਸੀਂ ਗੱਲ ਕਰਦੇ ਹਾਂ ਕਿ 2 ਪਾਰਟੀ ਜਾਂ 3 ਪਾਰਟੀ, ਕੈਨੇਡਾ ਦੇ ਵਿੱਚ ਵੀ ਦੇਖਦੇ ਹਾਂ ਜ਼ਿਆਦਾਤਰ ਜਾਂ ਸੱਤਾਧਾਰੀ ਲਿਬਰਲ ਪਾਰਟੀ ਬਣਦੀ ਹੈ ਜਾਂ ਫਿਰ ਕੰਜ਼ਰਵੇਟਿਵ, ਜਾਂ ਤੀਸਰੀ ਜਿਹੜੀ ਛੋਟੀ ਪਾਰਟੀ ਇਹ ਹੋ ਗਈ ਜਿਹੜੀ ਕਿ NDP, ਤੇ ਇੱਕ ਬਲਾਕ ਵਿਕਵਾ ਇੱਕ ਸੂਬੇ ਦੀ ਪਾਰਟੀ ਮਜ਼ਬੂਤ ਹੈ। ਸੋ ਪਾਰਟੀ ਪੋਲਿਟਿਕਸ ਜਿਹੜੀ ਬਣਤਰ ਹੈ ਸਿਆਸੀ ਤੌਰ ਤੇ, ਇਹ ਜਿਹੜੀ ਕੈਨੇਡਾ ਦੀ ਹੈ, ਉਹਦੇ ਬਾਰੇ ਥੋੜਾ ਜਿਹਾ ਉਹਦੇ ਵਿੱਚ ਗੁਰਦਸ ਜੀ, ਇਸ ਤਰ੍ਹਾਂ ਕਿ ਜਿਵੇਂ ਹੁਣ ਤੱਕ ਖੈਰ ਇਸ ਵੇਲੇ ਤਾਂ ਮਿਨੋਰਟੀ ਸਰਕਾਰ ਹੈ ਲਿਬਰਲ ਪਾਰਟੀ, ਹਾਂਜੀ ਹਾਂਜੀ, ਪਰ ਕਿਉਂਕਿ ਸੀਟਾਂ ਉਹਨਾਂ ਕੋਲ ਵੱਧ ਨੇ, ਸੋ ਇਸ ਕਰਕੇ ਰਾਜ ਉਹ ਕਰ ਰਹੇ ਆ। ਇਹ ਹੁਣ ਕਹਿਣਾ ਮੁਸ਼ਕਿਲ ਹੈ ਕਿ ਸਰਕਾਰ ਕਿੰਨਾ ਚਿਰ ਚੱਲੂਗੀ। ਹਾਲਾਂਕਿ ਇਸ ਵੇਲੇ ਜਿਹੜੇ ਸਰਵੇਖਣ ਆ ਰਹੇ ਨੇ, ਟਰੂਡੋ ਦੀ ਚੜ੍ਹਾਈ ਇਸ ਵੇਲੇ ਪੂਰੀ ਜੀ। ਸੋ ਅੱਜ ਜੇ ਚੋਣਾਂ ਹੋ ਜਾਣ ਤਾਂ ਦੱਸਿਆ ਜਾ ਰਿਹਾ ਕਿ 186 ਸੀਟਾਂ ਤੱਕ ਇਹ ਲੈ ਕੇ ਜਾ ਸਕਦੇ, ਪਰ ਇਹ ਕਹਿਣਾ ਔਖਾ ਕਿ ਇਲੈਕਸ਼ਨਾਂ ਕਦੋਂ ਹੋਣਗੀਆਂ। ਹਾਲ ਦੀ ਘੜੀ ਤਾਂ ਹੋਣ ਦੀ ਕੋਈ ਸੰਭਾਵਨਾ ਹੈ ਨਹੀਂਗੀ ਜੀ। ਪਰ ਇਹਦੇ ਵਿੱਚ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਜਿਹੜਾ ਅਮਰੀਕਾ ਨਾਲੋਂ ਵੱਖਰਾ ਜਿਹੜਾ ਕੈਨੇਡਾ ਦੇ ਵਿੱਚ, ਕਿ ਅਸੀਂ 2 ਪਾਰਟੀ ਸਿਸਟਮ ਦੀ ਥਾਂ ਤੇ ਇਹ ਬਹੁ ਪਾਰਟੀ ਸਿਸਟਮ ਹੈ, ਜਿਹੜਾ ਕਿ ਲੋਕਤੰਤਰ ਲਈ ਇੱਕ ਵਧੀਆ ਰੁਝਾਨ ਹੈ। ਠੀਕ। ਹੁਣ ਉੱਥੇ 2 ਪਾਰਟੀਆਂ ਨੇ, ਰਿਪਬਲਿਕਨ ਜਾਂ ਡੈਮੋਕ੍ਰੇਟਸ, ਉਹਨਾਂ ਵਿੱਚੋਂ ਹੀ ਲੋਕਾਂ ਨੇ ਚੁਣਨਾ ਹੁੰਦਾ। ਸੋ ਉੱਥੇ ਲੋਕਾਂ ਦੀ ਜਿਹੜੀ ਚੋਇਸ ਉਹ ਘੱਟ ਜਾਂਦੀ, ਸੁੰਗੜ ਜਾਂਦੀ। ਇੱਥੇ ਤੁਹਾਡੇ ਕੋਲ ਚੋਇਸ ਵੱਧ ਆ। ਬਿਲਕੁਲ। ਜੇ ਤੁਹਾਨੂੰ ਲਿਬਰਲ ਪਸੰਦ ਨਹੀਂ, ਤੁਸੀਂ NDP ਨੂੰ ਵੋਟ ਪਾ ਸਕਦੇ ਹੋ, ਗ੍ਰੀਨ ਨੂੰ ਪਾ ਸਕਦੇ ਹੋ, ਟੋਰੀ ਇੱਕ ਵੱਖਰਾ ਵਿਕਲਪ ਹੈ। ਸੋ ਇਸ ਤਰੀਕੇ ਨਾਲ ਸਾਡੇ ਕੋਲ ਉਸ ਤਰ੍ਹਾਂ ਦੀ ਚੋਇਸ ਬਹੁਤ ਹੈ, ਜਿਹਦੇ ਵਿੱਚੋਂ ਲੋਕ ਪੱਖੀ ਗੱਲ ਇਹ ਹੁੰਦੀ ਹੈ ਕਿ ਜੇ ਕਈ ਵਾਰੀ ਕਿਸੇ ਪਾਰਟੀ ਦੀ ਘੱਟ ਗਿਣਤੀ ਸਰਕਾਰ ਬਣੀ ਜੀ, ਤਾਂ ਕਿਸੇ ਪਾਰਟੀ ਨੇ ਕਹਿਤਾ ਕਿ 2-3 ਪਾਰਟੀਆਂ ਨੇ ਕਹਿਤਾ ਠੀਕ ਹੈ, ਮੁੱਦਿਆਂ ਦੇ ਆਧਾਰ ਤੇ ਅਸੀਂ ਤੁਹਾਨੂੰ ਸਮਰਥਨ ਜਾਰੀ ਰੱਖਾਂਗੇ ਤਾਂ ਜੋ ਸਰਕਾਰ ਆਪਣਾ ਕੰਮ ਜਾਰੀ ਰੱਖ ਸਕੇ। ਸੋ ਉਸ ਨਾਤੇ ਇਹ ਕੰਮ ਚੱਲੀ ਜਾ ਰਿਹਾ, ਔਰ ਬੁਨਿਆਦੀ ਤੌਰ ਤੇ ਇਸ ਕਿਸਮ ਦਾ ਰੁਝਾਨ ਲੋਕਾਂ ਦੇ ਹੱਕ 'ਚ ਜਾਂਦਾ ਜੀ, ਕਿ ਉਹਨਾਂ ਕੋਲ ਪਾਰਟੀਆਂ ਵੱਧ ਨੇ ਚੂਜ਼ ਕਰਨ ਵਾਸਤੇ, ਚੋਣ ਕਰਨ ਵਾਸਤੇ। ਔਰ ਦੂਜਾ, ਜੇ ਕੱਲ੍ਹ ਨੂੰ ਸਥਿਤੀ ਇੱਦਾਂ ਦੀ ਪੈਦਾ ਹੁੰਦੀ ਕਿਸੇ ਪਾਰਟੀ ਕੋਲ ਭਾਰੀ ਬਹੁਮਤ ਨਹੀਂ ਗਾ, ਤੇ ਰਲ ਮਿਲ ਕੇ ਵੀ ਸਰਕਾਰਾਂ ਚਲਾਉਣਗੀਆਂ, ਤੇ ਕੁਝ ਨਾ ਕੁਝ ਲੈ ਦੇ ਕਰਕੇ ਲੋਕਾਂ ਨੂੰ ਰਾਹਤ ਮਿਲੇਗੀ। ਆਖਰੀ ਦੌਰ ਦੇ ਦੌਰਾਨ 1-2 ਗੱਲਾਂ ਕਿ ਕੈਨੇਡਾ ਦੀ ਜਿਹੜੀ ਇੰਟਰਨੈਸ਼ਨਲ ਪਾਲਿਸੀ ਹੈ, ਯੂਨਾਈਟਿਡ ਨੇਸ਼ਨ ਦੇ ਵਿੱਚ ਕੈਨੇਡਾ ਕਈ ਵਾਰ ਆਪਣੀ ਜਿਹੜੀ ਪੱਕੀ ਸੀਟ ਕਰਨ ਦੇ ਵਾਸਤੇ ਪਹੁੰਚ ਵੀ ਕਰਦਾ ਰਿਹਾ, ਜਾਂ ਇਹਦੀ ਅਪਰੋਚ ਜਿਹੜੀ ਹੈ
ਅਲਾਈਨਮੈਂਟ ਨਾਨ ਅਲਾਈਨਮੈਂਟ ਦੀ ਕਿਸ ਕਿਸਮ ਦੀ ਹੈ, ਥੋੜ੍ਹਾ ਜਿਹਾ ਇਹਦੀ ਇੰਟਰਨੈਸ਼ਨਲ ਪਾਲਿਸੀ ਦੇ ਨਾਤੇ ਜ਼ਰੂਰ ਰੋਸ਼ਨੀ ਪਾਓ। ਕੈਨੇਡਾ ਦੀ ਜਿਹੜੀ ਮੁੱਖ ਤੌਰ 'ਤੇ ਪੋਜੀਸ਼ਨ ਰਹੀ ਹੈ ਹੁਣ ਤੱਕ, ਉਹ ਇਹੀ ਰਹੀ ਕਿ ਜ਼ਿਆਦਾ ਇਹਨੂੰ ਪ੍ਰੋਗਰੈਸਿਵ ਕਹਿ ਸਕਦੇ ਹਾਂ ਆਪਾਂ, ਅੱਗੇ ਵਧੂ ਸੋਚ, ਅਤੇ ਮੁੱਖ ਤੌਰ 'ਤੇ ਇੱਦਾਂ ਹੀ ਰਹੀ। ਖਾਸ ਤੌਰ 'ਤੇ ਪੀਅਰ ਟਰੂਡੋ ਦੇ ਟਾਈਮ ਤੋਂ ਵੇਖ ਲਓ, ਜਸਟਿਨ ਟਰੂਡੋ ਦੇ ਵੇਲੇ ਵੀ ਅਸੀਂ ਵੇਖ ਰਹੇ ਹਾਂ। ਵਿੱਚ ਵਿਚਾਲੇ ਕੁਝ ਟਾਈਮ ਆਇਆ ਜਦੋਂ ਹਾਰਪਰ ਦੀਆਂ ਕੁਝ ਨੀਤੀਆਂ ਕਾਰਨ ਕੈਨੇਡਾ ਵਿੱਚ ਅਤੇ ਯੂਐਨ ਦੇ ਵਿਚਾਲੇ ਵਿੱਥ ਵੱਧ ਗਈ, ਔਰ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੇ ਥੋੜ੍ਹੇ ਜਾਬਰ ਕਿਸਮ ਦੇ ਰਾਜ ਨੇ ਉਹਨਾਂ ਨਾਲ ਉਹਨਾਂ ਨੇ ਸਾਂਝ ਭਿਆਲੀ ਪਾ ਲਈ। ਪਰ ਮੁੱਖ ਤੌਰ 'ਤੇ ਕੈਨੇਡਾ ਨੇ ਬਹੁਤ ਅਮਨ ਸ਼ਾਂਤੀ ਦਾ ਰਸਤਾ ਅਖਤਿਆਰ ਕੀਤਾ ਹਿਊਮਨ ਰਾਈਟਸ ਦੇ ਪੱਖੋਂ ਅੰਤਰਰਾਸ਼ਟਰੀ ਪੱਧਰ 'ਤੇ। ਪਰ ਜੋ ਮੂਲ ਵਾਸੀਆਂ ਨਾਲ ਹੋ ਰਿਹਾ ਉਹ ਇੱਕ ਵੱਖਰਾ ਸਵਾਲ ਹੈ। ਢਾਂਚਾਗਤ ਨਸਲਵਾਦ ਅਤੇ ਮਨੁੱਖੀ ਹੱਕਾਂ ਦਾ ਘਾਣ, ਉਹਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪਰ ਇਸ ਵੇਲੇ ਹਾਲਾਤ ਇਹ ਬਣੇ ਕਿ ਜਿਹੜਾ ਇਹਨਾਂ ਨੂੰ ਇੱਕ ਮੌਕਾ ਖੁੰਝ ਗਿਆ, ਉਹਦਾ ਇੱਕ ਵੱਡਾ ਕਾਰਨ ਇਹ ਵੀ ਸੀਗਾ ਕਿ ਯੂਐਨ ਦੇ ਪ੍ਰਤੀ ਜਿਹੜੇ ਉਹਨਾਂ ਦੇ ਕੁਝ ਅੰਤਰਰਾਸ਼ਟਰੀ ਐਲਾਨਨਾਮੇ ਨੇ, ਉਹਦੇ ਪ੍ਰਤੀ ਵਚਨਬੱਧਤਾ ਜਿਹੜੀ ਕੈਨੇਡਾ ਦੀ, ਉਸ ਨੂੰ ਲੈ ਕੇ ਸਵਾਲੀਆ ਚਿੰਨ੍ਹ ਲੱਗ ਰਹੇ ਸੀ ਕਿ ਪਾਈਪਲਾਈਨਾਂ ਦੇ ਮੁੱਦੇ 'ਤੇ ਇਹਨਾਂ ਨੇ ਮੂਲ ਵਾਸੀਆਂ ਦੇ ਉਲਟ ਕੰਮ ਕੀਤਾ, ਜਾਂ ਇੱਥੇ ਸੂਬਿਆਂ ਦੇ ਵਿੱਚ ਵੀ ਉਹੋ ਜਿਹਾ ਰੁਝਾਨ ਵੇਖਣ ਨੂੰ ਮਿਲਿਆ। ਸੋ ਕਿਧਰੇ ਨਾ ਕਿਧਰੇ ਪੋਜੀਸ਼ਨ ਉਹਨਾਂ ਦੀ ਵੀਕ ਹੋਈ ਹੈ। ਔਰ ਜਿਹੜੀ ਮਾੜੀ ਗੱਲ ਇਹ ਹੋਈ ਕਿ ਜਿਵੇਂ ਪੀਅਰ ਟਰੂਡੋ ਨੇ ਫਿਰ ਵੀ ਕਈ ਮੁੱਦੇ 'ਤੇ ਸਟੈਂਡ ਲਿਆ ਅਮਰੀਕਾ ਦੇ ਉਲਟ, ਜਸਟਿਨ ਟਰੂਡੋ ਇੱਕ ਉਸ ਪੱਖੋਂ ਵੀਕ ਲੀਡਰ ਸਾਬਤ ਹੋਏ ਆ। ਜਿਵੇਂ ਹੁਣ ਮੈਂਗ ਵੈਨਜ਼ੂ ਦਾ ਮਸਲਾ ਸੀਗਾ, ਜਿਹੜੀ ਚਾਈਨਾ ਦੀ ਤਕਨੀਕੀ ਕੰਪਨੀ ਦੀ CFO, ਉਸ ਨੂੰ ਜਦੋਂ ਫੜਿਆ ਗਿਆ ਸਵਾਲ ਉੱਠੇ ਕਿ ਅਮਰੀਕਾ ਦੇ ਦਬਾਅ ਹੇਠਾਂ ਫੜਿਆ ਗਿਆ, ਔਰ ਜਿਹੜਾ ਸਰਵੇਖਣ ਨਵਾਂ ਆਇਆ ਉਸ ਵਿੱਚ ਲੋਕ ਇਹ ਵੀ ਕਹਿ ਰਹੇ ਕਿ ਉਹਨੂੰ ਫੜਨਾ ਨਹੀਂ ਸੀ ਚਾਹੀਦਾ। ਸੋ ਟਰੂਡੋ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਕਿੰਨੇ ਕੁ ਦ੍ਰਿੜ ਇਰਾਦੇ ਵਾਲੇ ਨੇਤਾ ਨੇ ਜੋ ਭਾਰਤ 'ਚ ਇੰਨੀ ਜ਼ਿਆਦਤੀਆਂ ਹੋ ਰਹੀਆਂ ਨੇ, ਕਦੇ ਉਹਦੇ ਖਿਲਾਫ ਨਹੀਂ ਬੋਲੇ, ਚੀਨ 'ਚ ਜ਼ਿਆਦਤੀਆਂ ਹੋ ਰਹੀਆਂ ਉਸ ਦੇ ਖਿਲਾਫ ਨਹੀਂ ਬੋਲੇ। ਸੋ ਇਸ ਕਿਸਮ ਦੇ ਸਵਾਲ ਉੱਠ ਰਹੇ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਕੈਨੇਡਾ ਦੇ ਹਰ ਪੱਖੋਂ ਇਤਿਹਾਸ ਬਾਰੇ ਤੁਸੀਂ ਜਾਣਕਾਰੀ ਦਿੱਤੀ ਹੈ, ਧੰਨਵਾਦ ਤੁਹਾਡਾ। ਮਿਹਰਬਾਨੀ, ਸ਼ੁਕਰੀਆ। ਸੋ ਅਖੀਰ ਦੇ ਵਿੱਚ ਫਿਰ ਜਿੱਥੇ ਕੈਨੇਡਾ ਦਾ ਨੈਸ਼ਨਲ ਡੇ ਜਿਸ ਤਰ੍ਹਾਂ ਇਹ ਮਨਾਇਆ ਜਾਂਦਾ 1 ਜੁਲਾਈ ਨੂੰ, ਉੱਥੇ ਇਹ ਵੀ ਗੱਲ ਹੈ ਕਿ ਇਸਦੇ ਇਤਿਹਾਸ, ਇਸ ਦੇ ਸੱਭਿਆਚਾਰ, ਇਸ ਦੀ ਵੰਨ ਸੁਵੰਨਤਾ, ਇਸ ਦੇ ਮਲਟੀਕਲਚਰਲਿਜ਼ਮ, ਇਸ ਦੀ ਇਮੀਗ੍ਰੇਸ਼ਨ ਨੀਤੀ, ਇਹਨਾਂ ਸਾਰਿਆਂ ਪੱਖੋਂ ਸਾਨੂੰ ਪਤਾ ਹੋਣਾ ਚਾਹੀਦਾ। ਮੁੱਕਦੀ ਗੱਲ ਇਹ ਹੈ ਕਿ ਦੇਸ਼ ਦੁਨੀਆ ਦਾ ਕੋਈ ਵੀ ਹੋਵੇ, ਅੰਨਾ ਦੇਸ਼ ਪਿਆਰ ਜਿਹੜਾ ਖਤਰਨਾਕ ਹੁੰਦਾ ਹੈ, ਪਰ ਲੌਜਿਕ ਦਲੀਲ ਦੇ ਨਾਲ ਉਸ ਦੇਸ਼ ਦੇ ਵਿੱਚ ਉਸ ਦੀ ਤਰੱਕੀ ਦੇ ਵਾਸਤੇ ਸੋਚਣਾ ਬੜਾ ਜ਼ਰੂਰੀ ਹੈ। ਬਾਕੀ ਇਹ ਹੈ ਕਿ ਸਰਬੱਤ ਦੇ ਭਲੇ ਦੀ ਕੌਮ ਜਿਹੜੀ ਹੈ ਉਹ ਜਿੱਥੇ ਜਿੱਥੇ ਵੀ ਵਸੇ ਉੱਥੇ ਹਮੇਸ਼ਾ ਹੀ ਫੁੱਲ ਅਤੇ ਖੁਸ਼ਬੂ ਮਹਿਕ ਖਿਲਾਰੇ, ਇਹ ਅਸੀਂ ਸੋਚਦੇ ਹਾਂ। ਇੱਕ ਵਾਰ ਫਿਰ ਆਪ ਸਾਰਿਆਂ ਨੂੰ ਇਸ ਦਿਨ ਦੀ ਹਾਰਦਿਕ ਮੁਬਾਰਕ। ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੇ ਖੁਸ਼ ਰਹੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।